ਘੈਂਟ ਪੰਜਾਬ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਪਿਆਰ ਕਰਨ ਵਾਲੇ ਦੋਸਤੋ, ਸਾਡੇ ਹਫ਼ਤਾਵਾਰੀ ਸ਼ੋਅ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਵਿੱਚ ਤੁਹਾਡਾ ਭਰਪੂਰ ਸਵਾਗਤ ਹੈ। ਹੋਸਟ ਕਮਲਜੀਤ ਸਿੰਘ ਬਨਵੈਦ ਦੀ ਸਤਿ ਸ੍ਰੀ ਅਕਾਲ। किरदार देखकर मुरीद हो जाते हैं लोग, ज़बरदस्ती दिलों पे कब्जा नहीं होता। मैं अज ਤੁਹਾਨੂੰ जिस शख्स ਨਾਲ ਮਿਲਾਉਣ ਜਾ ਰਿਹਾ ਉਹਨਾਂ 'ਤੇ ਫਿਦਾ ਹੋਣ ਵਾਲੇ ਲੋਕਾਂ ਦੀ ਜਿਹੜੀ ਲਾਈਨ ਆ ਉਹ ਲੰਬੀ ਆ। ਉਹਨਾਂ ਨੇ ਜਿਸ ਵੀ ਖੇਤਰ 'ਚ ਪੈਰ ਧਰਿਆ, ਚਾਹੇ ਉਹ ਸਮਾਜ ਸੇਵਾ ਦਾ ਹੋਵੇ, ਉਹਨਾਂ ਦੀ ਨੌਕਰੀ ਪੇਸ਼ਾ ਹੋਵੇ ਜਾਂ ਫਿਰ ਕਾਰੋਬਾਰ, ਸਫਲਤਾ ਨੇ ਉਹਨਾਂ ਦੇ ਪੈਰ ਚੁੰਮੇ ਹਨ। ਪਿਆਰ ਭਰੀਆਂ ਗੱਲਾਂ ਕਰਕੇ ਜਿਹੜੇ ਦਿਲ ਨੂੰ ਮੋਹ ਲੈਣ ਵਾਲੇ ਜਿਹੜੇ ਆ ਬਾਕ ਵਰਤ ਕੇ ਉਹ ਤੁਹਾਡੇ ਢਿੱਡ ਵਿੱਚ ਵੜ ਜਾਂਦੇ ਹਨ। ਮੈਂ ਤੁਹਾਡੀ ਜਾਣ ਪਛਾਣ ਕਰਾ ਰਿਹਾ ਸਰ ਪ੍ਰਭਲੋਚ ਸਿੰਘ ਜੀ ਨਾਲ। ਪ੍ਰਭਲੋਚ ਸਿੰਘ ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਸਰ, ਧੰਨਵਾਦ। ਤੁਸੀਂ ਇਸ ਵੇਲੇ ਤਾਂ ਬੁਲੰਦੀਆਂ 'ਤੇ ਹੋ। ਤੁਸੀਂ ਸਮਾਜ ਸੇਵਾ ਦੇ ਖੇਤਰ 'ਚ ਵੱਡਾ ਕੰਮ ਕੀਤਾ, ਆਪਣੀ ਜੋਬ ਵੀ ਦੇਸ਼ ਵਿਦੇਸ਼ ਵਿੱਚ ਨਾਂ ਕਮਾਇਆ ਅਤੇ ਹੁਣ ਕਾਰੋਬਾਰ 'ਚ ਵੀ ਪੈਰ ਧਰਿਆ। ਤੁਸੀਂ ਦੱਸੋ ਵੀ ਜਿਹੜਾ ਤੁਹਾਡਾ ਜਨਮ ਆ ਉਹ ਕਿਸ ਪਰਿਵਾਰ 'ਚ ਹੋਇਆ ਸੀ, ਜਾਂ ਉਸ ਵੇਲੇ ਪਰਿਵਾਰ ਦੇ ਜਿਹੜੇ ਹਾਲਾਤ ਆ ਉਹ ਕਿਸ ਤਰ੍ਹਾਂ ਦੇ ਸੀਗੇ? ਸਰ, ਸਭ ਤੋਂ ਪਹਿਲਾਂ ਤਾਂ ਤੁਸੀਂ ਮੇਰੇ ਮੋਢਿਆਂ 'ਤੇ ਬੜਾ ਭਾਰ ਪਾਤਾ ਹੈ ਇਹਨੇ ਭਾਰੀ ਸ਼ਬਦ ਵਰਤ ਕੇ। ਮੈਂ ਬਿਲਕੁਲ ਹੀ ਇੱਕ ਆਰਡੀਨਰੀ ਬੰਦਾ ਜੀ, ਜਿਹਨੇ ਆਪਣੇ ਹਮੇਸ਼ਾ ਦਿਲ ਦੀ ਸੁਣੀ ਅਤੇ ਸੁਪਨਿਆਂ ਨੂੰ ਪਰਸਿਊ ਕੀਤਾ ਜੀ। ਅਤੇ ਮੈਂ ਬੋਰਨ ਹੋਇਆ ਜੀ ਬੜੀ ਸਿੰਪਲ ਸਿੱਖ ਫੈਮਿਲੀ ਦੇ ਵਿੱਚ ਜੀ, ਗੋਡ ਫੇਅਰਿੰਗ ਫੈਮਿਲੀ ਜੀ। ਮੇਰੇ ਗ੍ਰੈਂਡ ਪੇਰੈਂਟਸ ਦੋਵੇਂ ਐਜੂਕੇਸ਼ਨ ਸੈਕਟਰ ਤੋਂ ਸੀਗੇ ਜੀ, ਅਤੇ ਮੇਰੇ ਮਦਰ ਵੀ ਪੜ੍ਹਾਉਂਦੇ ਸੀ ਕਾਲਜ ਵਿੱਚ। ਅੱਛਾ ਜੀ। ਅਤੇ ਮੇਰੇ ਫਾਦਰ ਉਹ ਸ਼ੁਰੂ 'ਚ ਆਪਣੇ ਜ਼ਮਾਨੇ ਦੇ ਵਿੱਚ ਉਹ ਪਾਇਲਟ ਸੀਗੇ ਪ੍ਰਾਈਵੇਟ। ਅੱਛਾ ਜੀ। ਫਿਰ ਉਹ ਬੈਂਕਿੰਗ ਦੇ ਵਿੱਚ ਆ ਗਏ ਅਤੇ ਜੀ ਜੀ। ਮੈਂ 86 'ਚ ਬੋਰਨ ਹੋਇਆ ਅਤੇ 87-88 'ਚ ਉਹਨਾਂ ਨੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਸੀ। ਅੱਛਾ ਜੀ। ਬਟ ਬੜਾ ਹੀ ਸਿੰਪਲ ਸਾਡੀ ਲਿਵਿੰਗ ਸੀ, ਸਿੰਪਲ ਲਿਵਿੰਗ, ਹਾਈ ਥਿੰਕਿੰਗ। ਇਹ ਕਿਹੜੇ ਪਿੰਡ ਜਾਂ ਸ਼ਹਿਰ ਤੁਹਾਡਾ ਜਨਮ ਹੋਇਆ ਜੀ? ਸਰ, ਮੇਰਾ ਜਨਮ ਤਾਂ ਚੰਡੀਗੜ੍ਹ ਹੋਇਆ, PGI ਦੇ ਵਿੱਚ ਮੇਰਾ ਜਨਮ ਹੋਇਆ। ਅੱਛਾ ਜੀ। ਬਟ ਪਿੱਛੋਂ ਦੀ ਮੇਰੀ ਜਿਹੜੀ ਫੈਮਿਲੀ ਹੈ ਉਹ ਅਸੀਂ ਗੁਰਦਾਸਪੁਰੋਂ ਬਿਲੋਂਗ ਕਰਦੇ। ਗੁਰਦਾਸ ਮਝੈਲ ਵੱਲ ਲੱਗੇ। ਹਾਂਜੀ 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 ਹਾਂਜੀ। ਅੱਛਾ ਜੀ। ਹਾਂਜੀ ਜੀ। ਅਤੇ ਬੜੀ ਮਤਲਬ ਮੇਰਾ ਜਿਹੜਾ ਚਾਈਲਡਹੁੱਡ ਸੀ ਇਟ ਵਾਜ਼ ਵੈਰੀ ਸਿੰਪਲ। ਅਤੇ ਉਹਦੇ ਵਿੱਚ ਜਿਵੇਂ ਕਹਿ ਲਓ ਵੀ ਮੈਂ ਤਾਂ ਆਪਣੇ ਆਪ ਨੂੰ ਲੱਕੀ ਮੰਨਦਾ ਵੀ ਆਪਾਂ ਜੋ ਚੀਜ਼ਾਂ ਇੰਜੋਏ ਕੀਤੀਆਂ ਜੀ ਜੀ, ਉਹ ਅੱਜ ਕੱਲ੍ਹ ਨਹੀਂ ਕਰਨ ਨੂੰ ਮਿਲਦੀਆਂ ਬੱਚਿਆਂ ਨੂੰ। ਅੱਛਾ ਜੀ। ਹਾਂਜੀ। ਅਤੇ ਤੁਹਾਡੀ ਜਿਹੜੀ ਐਜੂਕੇਸ਼ਨ ਆ ਉਹ ਚੰਡੀਗੜ੍ਹ ਦੀ ਸਾਰੀ? ਮੇਰੀ ਸਾਰੀ ਥਰੂ ਆਊਟ ਐਜੂਕੇਸ਼ਨ ਚੰਡੀਗੜ੍ਹ ਦੀ ਹੈ। ਸਕੂਲਿੰਗ, ਕਾਲਜ ਜੀ, ਥਰੂ ਆਊਟ ਮੈਂ ਚੰਡੀਗੜ੍ਹੋਂ ਪੜ੍ਹਿਆ ਜੀ। ਜੀ। ਵਿੱਚ ਮੈਂ IIT ਦਿੱਲੀ ਵੀ ਗਿਆ ਸੀ। ਅੱਛਾ ਜੀ। ਬਟ ਅਦਰਵਾਈਜ਼ ਮੈਂ ਫੰਕਸ਼ਨਲ ਇੰਗਲਿਸ਼ ਕੀਤੀ, ਚੰਡੀਗੜ੍ਹੋਂ ਕੀਤੀ। ਸਕੂਲਿੰਗ ਮੇਰੀ ਸਾਰੀ ਚੰਡੀਗੜ੍ਹੋਂ ਰਹੀ। ਚੰਡੀਗੜ੍ਹ ਤੁਸੀਂ ਪ੍ਰਾਈਵੇਟ ਜਾਂ ਸਰਕਾਰੀ ਸਕੂਲ ਪੜ੍ਹੇ ਜੀ? ਸਰ, ਮੈਂ ਪ੍ਰਾਈਵੇਟ 'ਚ ਵੀ ਪੜ੍ਹਿਆ ਅਤੇ ਮੈਂ ਸਰਕਾਰੀ 'ਚ ਵੀ ਪੜ੍ਹਿਆ। ਮੈਂ ਪ੍ਰਾਈਵੇਟ 'ਚ ਪੜ੍ਹਿਆ 7ਵੀਂ ਤੱਕ, ਵਿਵੇਕ ਹਾਈ 'ਚ ਸੀਗਾ ਮੈਂ। ਅਤੇ ਮੇਰੇ ਦਾਦਾ ਦਾਦੀ ਦੀ ਇੱਛਾ ਸੀ ਵੀ ਮੈਂ 8ਵੀਂ ਕਰਾਂ ਸਰਕਾਰੀ ਸਕੂਲ 'ਚੋਂ, ਬਿਕੋਜ਼ ਉਹਦੇ 8ਵੀਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੋਰਡ ਹੁੰਦਾ। ਬਿਲਕੁਲ ਬਿਲਕੁਲ ਜੀ। ਅਤੇ ਉਹ ਚਾਹੁੰਦੇ ਸੀ ਵੀ 10ਵੀਂ ਦੇ ਬੋਰਡ ਤੋਂ ਪਹਿਲਾਂ ਮੈਂ ਇੱਕ ਵਾਰੀ ਬੋਰਡ ਦਾ ਐਕਸਪੀਰੀਅੰਸ ਲਵਾਂ। ਅਤੇ ਫਿਰ ਮੈਂ 1 ਸਾਲ ਸਰਕਾਰੀ ਸਕੂਲ 8ਵੀਂ ਕਰਕੇ ਫਿਰ ਮੈਂ ਦੁਬਾਰਾ ਪ੍ਰਾਈਵੇਟ ਸਕੂਲ 9ਵੀਂ 10ਵੀਂ ਕੀਤੀ ਅਤੇ 11ਵੀਂ 12ਵੀਂ ਮੈਂ ਫਿਰ ਸਰਕਾਰੀ ਸਕੂਲ। ਅੱਛਾ ਜੀ। ਕਿਉਂਕਿ ਬੋਰਡ ਦੀ ਹੁੰਦੀ ਹੈ ਨਾ ਜੀ। ਹਾਂਜੀ। ਅਤੇ ਚੰਡੀਗੜ੍ਹ ਦੇ ਵਿੱਚ ਜਿਵੇਂ ਕਿ ਹੋਣਾ ਵੀ ਚਾਹੀਦਾ ਹੈ, 11ਵੀਂ 12ਵੀਂ ਲਈ ਸਰਕਾਰੀ ਸਕੂਲ ਵਧੀਆ ਮੰਨੇ ਜਾਂਦੇ ਅਤੇ ਉਹ ਐਡਮਿਸ਼ਨ ਬੜਾ ਔਖਾ ਮਿਲਦਾ। ਹਾਂਜੀ, ਐਡਮਿਸ਼ਨ ਔਖਾ ਮਿਲਦਾ ਅਤੇ ਚੰਗੇ ਸਕੂਲਾਂ ਵਿੱਚ। ਹਾਂਜੀ। ਅਤੇ ਉਹ ਮੈਨੂੰ ਯਾਦ ਹੈ, ਮੈਂ ਜਦੋਂ 11ਵੀਂ ਦੀ ਐਡਮਿਸ਼ਨ ਲਈ ਗਿਆ ਅਤੇ ਮੈਂ ਕਿਸੇ ਨੂੰ ਦੱਸ ਕੇ ਨਹੀਂ ਗਿਆ ਘਰੇ, ਅਤੇ ਮੈਂ ਲਾਈਨ 'ਚ ਲੱਗਿਆ ਹੋਇਆ ਸੀ ਜੀ। ਅਤੇ ਮੇਰੀ ਜਦੋਂ ਵਾਰੀ ਆਈ ਤਾਂ ਉਹ ਅਖੀਰ ਦਾ ਮੇਰਾ ਨੰਬਰ ਸੀਗਾ। ਅੱਛਾ ਜੀ। ਕੱਟ ਆਫ ਦੇ ਹਿਸਾਬ ਨਾਲ। ਜੀ ਜੀ ਜੀ। ਹਾਂ। ਪਰ ਉਸ ਵੇਲੇ ਕੋਈ ਸਿਫਾਰਸ਼ੀ ਆ ਗਏ ਅਤੇ ਤੁਸੀਂ ਰਹਿ ਗਏ? ਨਹੀਂ, ਮੈਂ ਰਹਿ ਨਹੀਂ ਗਿਆ। ਉਹਨਾਂ ਨੇ ਜਿਹੜੇ ਉੱਥੇ ਬਾਊ ਜੀ ਬੈਠੇ ਹੋਏ ਸੀ ਉਹਨਾਂ ਨੇ ਮੈਨੂੰ ਮਾਫੀ ਮੰਗੀ ਵੀ ਬੱਚੇ ਸੌਰੀ, ਫਲਾਣੇ ਦੇ ਗ੍ਰੈਂਡ ਡਾਟਰ ਹੈ ਅਤੇ ਸਾਨੂੰ ਐਡਜਸਟ ਕਰਨਾ ਪੈਣਾ। ਅੱਛਾ ਜੀ। ਅਤੇ ਸਰ ਮੈਂ ਉੱਥੇ ਸਟੈਂਡ ਲੈ ਲਿਆ। ਅੱਛਾ। ਅਤੇ ਬੜੀ ਰਿਸਪੈਕਟਫੁਲੀ ਮੈਂ ਉਹਨਾਂ ਨੂੰ ਸਮਝਾਤਾ ਵੀ ਗਲਤ ਚੀਜ਼ ਹੈ।
ਬੜੇ ਰਾਹ ਹੈਗੇ ਆ ਨਹੀਂ ਤਾਂ। ਹਾਂ, ਪਰ ਉਹ ਜਿਹੜਾ ਐਕਟਿਵਿਜ਼ਮ ਦਾ ਜਿਹੜਾ ਐਲੀਮੈਂਟ ਸੀ ਉਹ ਬਾਈ ਨੇਚਰ ਹੀ ਸੀਗਾ ਵਿੱਚ ਟੂ ਸਟੈਂਡ ਫॉर ਦ ਰਾਈਟ ਜੀ। ਤੇ ਉਹ ਭਾਵੇਂ ਕਿਸੇ ਹੋਰ ਲਈ ਹੋਵੇ, ਜਿਹੜੇ ਮਰਜ਼ੀ ਮੁੱਦੇ ਲਈ ਹੋਵੇ, ਵੀ ਤੁਸੀਂ ਸਟੈਂਡ ਤੁਹਾਨੂੰ ਲੈਣਾ ਚਾਹੀਦਾ। ਫਿਰ ਤੁਸੀਂ ਸਕੂਲ ਤੋਂ ਬਾਅਦ ਕਾਲਜ ਜਾਂ ਯੂਨੀਵਰਸਿਟੀ ਗਏ? ਮੈਂ ਕਾਲਜ ਗਿਆ ਜੀ, ਮੈਂ ਫੰਕਸ਼ਨਲ ਇੰਗਲਿਸ਼ ਕੀਤੀ SD ਕਾਲਜ ਤੋਂ ਜੀ। ਤੇ ਉਦੋਂ ਨਾਲ ਦੇ ਨਾਲ ਮੈਂ ਹੋਰ ਚੀਜ਼ਾਂ ਸ਼ੁਰੂ ਕਰ ਚੁੱਕਾ ਸੀ। ਮੈਂ ਇੱਕ ਆਪਣੀ, ਮੈਂ ਜਦਕਿ ਕਾਲਜ ਦੇ ਵਿੱਚ ਸੀਗਾ, ਪਰ ਮੇਰੀ ਇੱਕ IT ਕੰਪਨੀ ਮੈਂ ਸ਼ੁਰੂ ਕਰ ਚੁੱਕਾ ਸੀ ਉਦੋਂ। IT ਕੰਪਨੀ? ਹਾਂਜੀ। ਅੱਛਾ ਜੀ। ਤੇ ਵੈਬਸਾਈਟਸ ਬਣਾਉਂਦਾ ਸੀ ਮੈਂ, ਮੇਰੇ ਬੜੇ ਸਰਕਾਰੀ ਕਲਾਇੰਟਸ ਵੀ ਸੀਗੇ। ਅੱਛਾ ਜੀ। ਹੋਰ ਵੀ ਕਲਾਇੰਟ ਸੀ, ਵੱਡੀਆਂ ਕੰਪਨੀਆਂ ਵੀ ਸੀਗੀਆਂ, ਹੋਰ ਵੀ ਲੋਕੀ ਸੀਗੇ ਜਿਨ੍ਹਾਂ ਲਈ ਮੈਂ ਉਦੋਂ 2004-05 ਦੇ ਵਿੱਚ ਮੈਂ ਵੈਬਸਾਈਟ ਬਣਾਉਂਦਾ ਸੀ। ਉਹ ਕੰਪਨੀ ਦਾ ਨਾਂ ਸੀ ਨੈਟ ਪ੍ਰਭੂ। ਮਤਲਬ ਜੰਮ ਦੀਆਂ ਸੂਲਾਂ ਦੇ ਹੁੰਦੇ ਮੂੰਹ ਤਿੱਖੇ। ਤੇ ਨਾਲ ਮੈਂ ਮਿਊਜ਼ਿਕ ਵਿੱਚ ਵੀ ਸੀਗਾ ਜੀ। ਅੱਛਾ ਜੀ। ਤੇ ਮੈਂ ਕਲਾਸੀਕਲ ਮਿਊਜ਼ਿਕ ਦੀ ਟ੍ਰੇਨਿੰਗ ਵੀ ਲਈ ਹੋਈ ਹੈ ਨਾਲ ਜੀ। ਤੇ ਮੈਂ ਵੈਸਟਰਨ ਮਿਊਜ਼ਿਕ ਵੀ ਵਿੱਚ, ਤੇ ਫਿਰ ਉਹ ਸਾਰਾ ਕੁਝ ਮੈਂ ਨਾਲ ਦੇ ਨਾਲ ਪੈਰਲਲ ਹੀ ਕਰ ਰਿਹਾ ਸੀ, ਬਿਕੋਜ਼ ਮੇਰੇ ਪੇਰੈਂਟਸ ਚਾਹੁੰਦੇ ਸੀ ਵੀ ਮੇਰਾ ਇੱਕ ਕਰੀਅਰ ਹੋਵੇ ਪ੍ਰੋਫੈਸ਼ਨਲ, ਉਹ ਬਿਕੋਜ਼ ਦੇ ਵਾਂਟਡ ਫਾਈਨੈਂਸ਼ੀਅਲ ਸਿਕਿਉਰਿਟੀ ਹੋਵੇ ਬੱਚੇ ਦੀ। ਜੀ ਜੀ ਜੀ। ਤੇ ਮੈਂ ਨਾਲ ਦੇ ਨਾਲ ਆਪਣੇ ਜਿਹੜੇ ਇੰਟਰਸਟ ਸੀਗੇ ਉਹ ਵੀ ਮੈਂ ਪਰਸਿਊ ਕੀਤੇ ਜੀ। ਅੱਛਾ, ਫਿਰ ਤੁਸੀਂ ਹੁਣੇ ਜ਼ਿਕਰ ਕਰਦੇ ਸੀ ਤੁਸੀਂ IIT ਵੀ ਗਏ ਹੈ ਨਾ, ਉਹ ਕੀ ਸਬਬ ਬਣਿਆ, ਕਿਵੇਂ ਸਾ ਜੀ? ਸਰ ਉਹ ਇਦਾਂ ਸੀਗਾ, ਮੈਂ ਬਿਜ਼ਨਸ ਮੈਨੇਜਮੈਂਟ IIT ਤੋਂ ਕੀਤੀ, ਦਿੱਲੀ ਤੋਂ। ਅੱਛਾ ਜੀ। ਤੇ ਉਦੋਂ ਮੈਂ ਆਲਰੇਡੀ ਜੌਬ ਜੁਆਇਨ ਕਰੀ ਹੋਈ ਸੀ ਗੁੜਗਾਉਂ। ਤੇ ਮੈਨੂੰ ਜਦੋਂ ਪਤਾ ਲੱਗਿਆ ਵੀ ਹਾਂ ਮੇਰੀ ਐਡਮਿਸ਼ਨ ਹੋ ਗਈ ਹੈ, ਤੇ ਮੇਰੇ ਕੋਲ ਉਦੋਂ ਪੈਸੇ ਵੀ ਨਹੀਂ ਸੀ ਜੀ ਫੀ ਪੇ ਕਰਨ ਦੇ, ਤੇ ਮੈਂ ਆਪਣੇ ਘਰਦਿਆਂ ਤੋਂ ਨਹੀਂ, ਮੈਂ ਸ਼ੁਰੂ ਤੋਂ 15 ਸਾਲ ਦੀ ਉਮਰ ਤੋਂ ਮੈਂ ਆਈ ਸਟਾਪ ਟੇਕਿੰਗ ਪਾਕਟ ਮਨੀ। ਅੱਛਾ ਜੀ। ਤੇ ਮੈਂ ਆਪ ਹੀ ਐਟ ਦੀ ਏਜ ਆਫ 15 ਆਈ ਸਟਾਰਟਡ ਅਰਨਿੰਗ। ਮਤਲਬ ਆਪਣੀ ਗੁੱਡੀ ਚੜਾਉਣ ਲਈ ਤੁਸੀਂ ਆਪ ਹੀ ਤੁਣ ਕੇ ਮਾਰੇ? ਹਾਂਜੀ। ਅੱਛਾ। ਤੇ ਫਿਰ ਮੈਂ ਆਪਣੀ ਕੰਪਨੀ ਨੂੰ ਦੱਸਿਆ, ਮੈਂ ਨਵੀਂ ਜੌਬ ਮੇਰੀ ਲੱਗੀ ਸੀ, ਵਧੀਆ ਕੰਪਨੀ ਸੀ, US ਬੇਸਡ ਸੌਫਟਵੇਅਰ ਕੰਪਨੀ ਸੀਗੀ। ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮੇਰੀ ਇੱਦਾਂ IIT ਦਿੱਲੀ ਵਿੱਚ ਬਿਜ਼ਨਸ ਮੈਨੇਜਮੈਂਟ ਦੇ ਕੋਰਸ ਵਿੱਚ ਐਡਮਿਸ਼ਨ ਹੋ ਗਈ ਹੈ। ਤੇ ਉਹਨਾਂ ਨੇ ਮੇਰੇ ਨਾਲ ਬੜਾ ਐਡਜਸਟ ਕੀਤਾ। ਉਹਨਾਂ ਨੇ ਕੀ ਕਿਹਾ, ਤੂੰ ਕੰਪਨੀ ਨਾ ਛੱਡ, ਤੂੰ ਮੰਡੇ ਟੂ ਫਰਾਈਡੇ IIT ਦਿੱਲੀ ਜਾ ਤੇ ਸੈਟਰਡੇ ਸੰਡੇ ਆ ਕੇ ਕੰਮ ਕਰ ਲੈ। ਅੱਛਾ ਜੀ। ਅੱਛਾ ਜੀ। ਤੇ ਮੇਰੀ ਫੀ ਵੀ ਉਹਨਾਂ ਨੇ ਪੇ ਕੀਤੀ, ਤੇ ਮੈਂ ਉਹਨਾਂ ਨੂੰ ਆਪਣੀ ਸੈਲਰੀ ਚੋਂ ਕਟਾ ਕੇ ਓਵਰ ਅ ਪੀਰੀਅਡ ਆਫ 8-9 ਮੰਥਸ ਅੱਛਾ ਜੀ ਮੈਂ ਉਹਨਾਂ ਨੂੰ ਵਾਪਸ ਦੇ ਦਿੱਤੀ ਜੀ। ਉਹ ਐਕਸੈਪਸ਼ਨ ਸੀਗਾ, ਉਹ ਮੁੜ ਕੇ ਕਦੀ ਕੰਪਨੀ ਨੇ ਕਿਸੇ ਹੋਰ ਲਈ ਕੀਤਾ ਨਹੀਂ। ਮੈਂ ਜਦੋਂ ਜੁਆਇਨ ਕੀਤੀ ਸੀ ਉਹ ਕੰਪਨੀ 300-350 EMPLOYE ਸੀ, ਅੱਜ ਦੀ ਡੇਟ ਵਿੱਚ ਉਹਦੇ ਵਿੱਚ 4500 EMPLOYE ਨੇ। ਮੈਂ ਜਦੋਂ ਰੀਸੈਂਟਲੀ ਛੱਡੀ 10 ਸਾਲ ਬਾਅਦ ਜੀ। ਤੇ ਇੱਦਾਂ ਮੇਰਾ IIT ਦਿੱਲੀ ਦਾ ਮੇਰਾ ਹੋਇਆ। ਮੈਨੂੰ ਇੰਟਰਸਟ ਸੀਗਾ ਬਿਜ਼ਨਸ ਮੈਨੇਜਮੈਂਟ ਦਾ, ਤੇ ਮੈਂ ਪੜ੍ਹਦਾ ਰਹਿੰਦਾ ਸੀ। ਤੇ ਮੈਨੂੰ ਸੀਗਾ ਵੀ ਥੋੜ੍ਹੀ ਆਪਾਂ ਜਿਹੜੇ ਬੰਦੇ ਜ਼ਿਆਦਾ ਨੌਲੇਜੇਬਲ ਨੇ, ਪ੍ਰੋਫੈਸਰ, ਉਹਨਾਂ ਤੋਂ ਕੁਝ ਸਿੱਖੀਏ ਤੇ ਉਹਨੂੰ ਫਿਰ ਲਾਈਫ ਦੇ ਵਿੱਚ ਇੰਪਲੀਮੈਂਟ ਕਰੀਏ। ਜੇ ਮੈਂ ਗੁਸਤਾਖੀ ਨਾ ਕਰਾਂ ਤਾਂ ਇਹ ਕੋਈ ਖਾਸ ਰਾਜ ਸੀਗਾ, ਕੋਈ ਰੀਜਨ ਸੀ ਕਿ ਤੁਸੀਂ 15 ਸਾਲ ਤੋਂ ਬਾਅਦ ਪੇਰੈਂਟਸ ਕੋਲ ਪੈਸੇ ਨਹੀਂ ਲਏ ਜਾਂ ਨਾ ਲੈਣ ਦਾ ਮਨ ਬਣਾਇਆ? ਕੋਈ ਖਾਸ ਚੰਗਾ ਹੀ ਨਹੀਂ ਲੱਗਦਾ ਸੀ ਮੈਨੂੰ। ਜਦ ਮੈਂ 15 ਕੁ ਸਾਲ ਦਾ ਸੀਗਾ, ਮੈਨੂੰ ਚੰਗਾ ਨਹੀਂ ਲੱਗਦਾ ਸੀ ਵੀ ਮੈਨੂੰ ਲੱਗਦਾ ਸੀ ਕਿ ਮੈਂ ਆਪ ਕਿਉਂ ਨਹੀਂ ਕਮਾ ਸਕਦਾ। ਅੱਛਾ ਜੀ। ਕਿ ਪੇਰੈਂਟਸ ਤੋਂ ਕਿਉਂ ਲੈਣਾ, ਕਿ ਜਦੋਂ ਯੂ ਆਰ ਏਬਲਡ ਬੋਡੀਡ ਐਂਡ ਇੰਟੈਲੀਜੈਂਟ, ਦਿਮਾਗ ਦਿੱਤਾ ਰੱਬ ਨੇ, ਤੇ ਸਭ ਕੁਝ ਹੈਗਾ। ਤੇ ਜਿਵੇਂ ਬਾਹਰ ਦੀ ਕੰਟਰੀਜ਼ ਵਿੱਚ ਹੁੰਦਾ, ਬੱਚੇ ਆਪ ਕਮਾਉਣ ਲੱਗ ਜਾਂਦੇ। ਹਾਂਜੀ ਹਾਂਜੀ। ਤੇ ਮੈਂ 15 ਸਾਲ ਦੀ ਉਮਰ 'ਚ ਮੈਂ ਵੈਬਸਾਈਟ ਬਣਾਉਣ ਲੱਗ ਗਿਆ। ਅੱਛਾ ਜੀ। ਹਾਂਜੀ। ਤੇ ਉਹ ਮੇਰੀ ਵੈਬਸਾਈਟਸ ਬੜੀ ਲੋਕਾਂ ਨੂੰ ਪਸੰਦ ਆਉਂਦੀਆਂ ਸੀ। ਤੇ ਫਿਰ ਮੈਂ ਮਿਊਜ਼ਿਕ ਦੇ ਵਿੱਚ ਵੀ ਪੈ ਗਿਆ, ਤੇ ਮੈਂ ਆਪਣਾ ਖਰਚਾ ਉਹਦੇ ਨਾਲ ਮੈਂ ਮੈਨੇਜ ਕਰ ਲੈਂਦਾ ਸੀ। ਇਹ ਮਿਊਜ਼ਿਕ ਤੇ ਵੈਬਸਾਈਟ, ਇਹ ਦੋਨੇ ਹੀ ਬਿਲਕੁਲ ਵੱਖਰੇ ਤਰ੍ਹਾਂ ਦੇ ਫੀਲਡ ਆ, ਹੈ ਨਾ? ਹਾਂਜੀ। ਪਰ ਤੁਸੀਂ ਦੋਨੇ ਕਿਵੇਂ ਇਕੱਠੇ ਕਿਵੇਂ? ਸਰ ਮੇਰਾ ਮਤਲਬ, ਮੈਂ ਛੋਟੇ ਹੁੰਦਿਆਂ ਤੋਂ ਮੇਰਾ ਕੰਪਿਊਟਰਸ ਵਿੱਚ ਇੰਟਰਸਟ ਹੋ ਗਿਆ ਜੀ। ਤੇ ਮੈਂ ਕੋਈ ਫਾਰਮਲ ਟ੍ਰੇਨਿੰਗ ਤਾਂ ਐਜ਼ ਇਟ ਇਜ਼ ਲਈ ਨਹੀਂ ਸੀ IT ਦੇ ਵਿੱਚ, ਬਟ ਮੈਨੂੰ ਮਤਲਬ ਆਪ ਹੀ ਸੈਲਫ ਸਟੱਡੀ ਕਰਕੇ, ਕਿਤਾਬਾਂ ਪੜ੍ਹ ਕੇ ਮੈਂ ਸਿੱਖਿਆ ਸੀ ਜੀ। ਤੇ ਉਸ ਏਜ 'ਚ ਕੋਈ ਕਿਤਾਬਾਂ ਇੱਦਾਂ ਦੀਆਂ ਪੜ੍ਹਦਾ ਨਹੀਂ ਸੀ, ਤੇ ਮੈਂ ਪੜ੍ਹ ਕੇ ਮੈਂ ਇੰਪਲੀਮੈਂਟ ਕਰਕੇ ਮੈਂ ਸਿੱਖਿਆ। ਤੇ ਮਿਊਜ਼ਿਕ ਦੇ ਵਿੱਚ ਮੇਰਾ ਇੰਟਰਸਟ ਸੀਗਾ ਸ਼ੁਰੂ ਤੋਂ ਹੀ। ਮੈਨੂੰ ਕਲਾਸੀਕਲ ਮਿਊਜ਼ਿਕ ਦੇ ਵਿੱਚ ਵੀ ਇੰਟਰਸਟ ਸੀ, ਮੈਨੂੰ ਇਲੈਕਟ੍ਰੋਨਿਕ ਵੈਸਟਰਨ ਮਿਊਜ਼ਿਕ ਦੇ ਵਿੱਚ ਵੀ ਇੰਟਰਸਟ ਸੀ। ਅੱਛਾ ਜੀ। ਤੇ ਮੈਂ ਬੜੀ ਦੇਰ ਇੱਕ ਟ੍ਰੇਨਿੰਗ ਸੈਂਟਰ ਵੀ ਚਲਾਇਆ ਆਪਣਾ ਮਿਊਜ਼ਿਕ ਦਾ। ਅੱਛਾ ਜੀ। ਤੇ ਉਹ ਪੰਜਾਬ ਚੰਡੀਗੜ੍ਹ ਵਿੱਚ? ਹਾਂਜੀ, ਚੰਡੀਗੜ੍ਹ ਦੇ ਵਿੱਚ ਪਹਿਲਾ ਡੀਜੇਇੰਗ ਟ੍ਰੇਨਿੰਗ ਸੈਂਟਰ ਸੀਗਾ ਉਹ। ਅੱਛਾ ਜੀ। ਤੇ ਬੜੇ ਸਾਲ ਮੈਂ ਉਹ ਵੀ ਚਲਾਇਆ। ਮੈਨੂੰ ਐਸੀ, ਜਦੋਂ ਮੈਂ ਮਿਊਜ਼ਿਕ ਸਿੱਖਣਾ ਚਾਹੁੰਦਾ ਸੀ ਡੀਜੇਇੰਗ, ਤੇ ਮੈਂ ਇੱਕ ਆਪਣੇ ਦੋਸਤ ਕੋਲ ਗਿਆ, ਉਹ DJ ਸੀ, ਤੇ ਮੈਂ 9ਵੀਂ ਕਲਾਸ ਸੀਗਾ।
ਤੇ ਉਹਨੇ ਕਿਹਾ ਵੀ 25000 ਰੁਪਏ ਲੱਗੇਗਾ। ਹਾਂ। ਅੱਛਾ ਜੀ, ਮਤਲਬ 25000 ਇਨਵੈਸਟ ਕਰਨਾ ਪਊਗਾ ਸਿੱਖਣ ਵਾਸਤੇ। ਅੱਛਾ, ਸਿੱਖਣ ਵਾਸਤੇ ਜੀ। ਤੇ ਉਹ ਵੀ ਕੋਈ ਟ੍ਰੇਨਿੰਗ ਸੈਂਟਰ ਨਹੀਂ ਸੀ, ਉਹ ਜਿਹੜੇ ਡਿਸਕੋਥੈਕ ਦੇ ਵਿੱਚ ਪਲੇ ਕਰਦੇ ਸੀ ਉਹ ਕਹਿੰਦੇ ਸੀ ਤੁਸੀਂ ਨਾਲ ਆਓਗੇ ਤਾਂ ਦੇਖ ਦੇਖ ਕੇ ਅਸੀਂ ਤੁਹਾਨੂੰ ਉੱਥੇ ਸਿਖਾਵਾਂਗੇ। ਠੀਕ ਹੈ ਜੀ। ਤੇ ਮੈਨੂੰ ਲੱਗਿਆ ਕਿ ਆਹ ਤਾਂ ਬਹੁਤ ਜ਼ਿਆਦਾ, ਤੇ ਮੈਂ ਨਹੀਂ ਚਾਹੁੰਦਾ ਸੀ ਵੀ ਜਿਵੇਂ ਮੈਨੂੰ ਸਟਰਗਲ ਕਰਨਾ ਪਿਆ ਟੂ ਲਰਨ, ਜਿਹੜੀ ਲਰਨਿੰਗ ਹੈ ਉਹ ਬੰਦੇ ਤੱਕ ਪਹੁੰਚਣੀ ਚਾਹੀਦੀ ਹੈ। ਤੇ ਮੈਨੂੰ ਸੀਗਾ ਵੀ ਜੇ ਕੋਈ ਹੋਰ ਸਿੱਖਣਾ ਚਾਹੁੰਦਾ ਹੈ ਉਹਦੇ ਲਈ ਇੱਕ ਪ੍ਰੋਫੈਸ਼ਨਲ ਸੈਂਟਰ ਹੋਵੇ ਤੇ ਅਫੋਰਡੇਬਲ ਹੋਵੇ। ਤੇ ਇਟ ਵਾਸ ਮੋਰ ਟੂ ਹੈਲਪ ਪੀਪਲ ਜਿਨ੍ਹਾਂ ਨੂੰ ਇੰਟਰਸਟ ਸੀਗਾ ਵੀ ਤੁਸੀਂ ਆ ਕੇ ਸਿੱਖੋ। ਤੇ ਮੇਰੇ ਸਟੂਡੈਂਟਸ ਥਾਈਲੈਂਡ, ਯੂਗੈਂਡਾ, ਹੋਰਾਂ ਕੰਟਰੀਜ਼ ਤੋਂ ਵੀ ਆਉਂਦੇ ਸੀ। ਅੱਛਾ, ਜ਼ਿੱਦ ਕਰਕੇ ਕਿ ਤੁਹਾਡੇ ਤੋਂ ਹੀ ਸਿੱਖਣਾ। ਅੱਛਾ ਜੀ। ਬਟ ਇਟ ਵਾਸ ਵੈਰੀ ਅਫੋਰਡੇਬਲ। ਤੇ ਮੈਂ ਇਸ ਕਰਕੇ ਖੋਲ੍ਹਿਆ ਸੀ ਵੀ ਕਿਸੇ ਹੋਰ ਨੂੰ ਆ ਨਾ ਕੋਈ ਹੋਵੇ 9ਵੀਂ 10ਵੀਂ ਦੇ ਬੱਚੇ ਨੂੰ ਵੀ 25000 ਲੱਗੇਗਾ, 30000 ਲੱਗੇਗਾ, ਪੈਸੇ ਕਰਕੇ ਰਹਿ ਗਿਆ ਮੈਂ। ਹਾਂ, ਤੇ ਇਸ ਕਰਕੇ ਮੈਂ ਉਹ ਖੋਲ੍ਹਿਆ ਸੀ। ਤੁਸੀਂ ਫਿਰ ਜਿਹੜੇ ਵਿਦੇਸ਼ ਦੇ ਗੇੜੇ ਲਾਏ, ਹਾਂਜੀ, ਉਹ ਆਪਣੀ ਜੌਬ ਕਰਕੇ ਕਿ ਕੋਈ ਹੋਰ ਸਬੱਬ ਸੀ? ਸਰ ਇੱਕ ਵਾਰੀ ਮੈਨੂੰ ਮੇਰੀ ਜਿਹਦੇ ਕੰਪਨੀ ਵਿੱਚ ਮੈਂ ਜਦੋਂ ਜੌਬ ਕਰਦਾ ਸੀ ਉਹਨਾਂ ਨੇ ਮੈਨੂੰ ਭੇਜਿਆ ਸੀ US ਆਫਿਸ। ਅੱਛਾ ਜੀ। ਤੇ ਉੱਥੇ 2 ਮਹੀਨੇ ਲਈ ਮੈਨੂੰ ਰੱਖਿਆ। ਮੈਂ ਉੱਥੇ ਜੋ ਵੀ ਕੰਮ ਸੀ ਮੈਂ ਕੀਤਾ ਤੇ ਮੈਂ ਵਾਪਸ ਪ੍ਰਮੋਟ ਹੋ ਕੇ ਆਇਆ ਸੀ। ਅੱਛਾ ਜੀ। ਤੇ ਮੈਂ ਐਜ਼ ਅ ਰੈਗੂਲਰ EMPLOYE ਗਿਆ ਸੀ ਤੇ ਜਦੋਂ ਮੈਂ ਵਾਪਸ ਆਇਆ ਤੇ ਮੈਂ ਮੈਨੇਜਮੈਂਟ ਦੇ ਵਿੱਚ ਅੱਛਾ ਜੀ ਕਦਮ ਰੱਖ ਚੁੱਕਾ ਸੀ। ਅੱਛਾ। ਤੇ ਉਹ 2013 ਦੀ ਗੱਲ। ਅੱਛਾ ਜੀ। ਉਸ ਤੋਂ ਬਾਅਦ ਮੈਂ ਗਿਆ ਜੀ ਆਪਣੇ ਕਮਿਊਨਿਟੀ ਵੈਲਫੇਅਰ ਐਕਟੀਵਿਟੀਜ਼ ਕਰਕੇ। ਮੈਨੂੰ ਇੱਕ ਵਾਰੀ ਯੂਨਾਈਟਿਡ ਨੇਸ਼ਨ ਦੇ ਵਿੱਚ ਹੈੱਡਕੁਆਰਟਰਸ ਨਿਊਯਾਰਕ ਦੇ ਵਿੱਚ ਮੈਨੂੰ ਸੱਦਾ ਅੱਛਾ ਜੀ ਮਿਲਿਆ ਉੱਥੇ ਸਪੀਚ ਦੇਣ ਦਾ ਜੀ। ਤੇ ਮੈਂ ਉੱਥੇ ਗਿਆ। ਉਦੋਂ ਫਿਰ ਬਾਕੀ ਮੇਰੇ ਜਿੰਨੇ ਵੀ ਨਿਊਯਾਰਕ ਵਗੈਰਾ ਦੇ ਜਿਹੜੇ ਗੇੜੇ ਸੀ ਉਹ ਮੋਸਟਲੀ ਟੂ ਡਿਵੈਲਪਮੈਂਟ ਸੈਕਟਰ, ਕਮਿਊਨਿਟੀ ਵੈਲਫੇਅਰ। ਅੱਛਾ ਜੀ। ਤੇ ਜਿਹੜਾ ਸਾਡਾ NGO ਹੈ, ਹਾਂਜੀ ਹਾਂਜੀ, ਉਹਦੇ ਬੇਸ ਤੇ ਉਹਦੇ ਕਰਕੇ ਹੀ, ਉਸ ਐਕਸਪੋਜ਼ਰ ਕਰਕੇ ਹੀ ਆਪਾਂ ਚੰਡੀਗੜ੍ਹ ਦੇ ਵਿੱਚ ਵੀ, ਇੰਡੀਆ ਦੇ ਵਿੱਚ ਆਪਾਂ ਫਿਰ ਇੱਕ ਕੌਨਕਲੇਵ ਕਰਨਾ ਸ਼ੁਰੂ ਕੀਤਾ। ਅੱਛਾ ਜੀ। ਜਿਹਦੇ ਵਿੱਚ ਆਪਾਂ ਆਲ ਓਵਰ ਦੀ ਵਰਲਡ ਤੋਂ ਲੋਕੀ ਆਉਂਦੇ ਹੈ ਤੇ ਉਹਦੇ ਵੀ ਆਰ ਡੂਇੰਗ ਗੁੱਡ ਪ੍ਰੋਜੈਕਟਸ ਐਜ਼ ਅ ਰਿਜ਼ਲਟ ਆਫ ਦੈਟ। ਚਲੋ ਮੈਂ ਤੁਹਾਡੇ ਨਾਲ ਜਿਹੜਾ NGO ਹੈ ਨਾ ਉਹਦੇ ਵੱਲ ਕੁਐਸਚਨ ਤੇ ਫਿਰ ਆਉਣਾ। ਹਾਂਜੀ। ਤੁਸੀਂ ਕਹਿੰਦੇ ਸੀ ਕਿ ਤੁਹਾਡੇ ਪੇਰੈਂਟਸ ਚਾਹੁੰਦੇ ਸੀਗੇ ਕਿ ਮੈਂ ਕੋਈ ਪੱਕੀ ਜੌਬ ਕਰਾਂ ਜਿਹਨਾਂ ਤੁਹਾਡੀ ਜਿਹੜੀ ਇਨਕਮ ਆ ਉਹ ਪੱਕੀ ਹੋਵੇ, ਹੈ ਨਾ, ਵੱਧ ਜਾਏ। ਪਰ ਤੁਸੀਂ ਜਿਹੜੇ ਵੀ ਕੰਮ ਕੀਤੇ ਆ ਉਹ ਕੱਚੀ ਇਨਕਮ ਵਾਲੇ ਕੀਤੇ ਆ। ਤੇ ਫਿਰ ਪੇਰੈਂਟਸ ਨਾਰਾਜ਼ ਜਾਂ ਕਈ ਵਾਰੀ ਡਿਸਪੈਂਡ ਹੋ ਜਾਂਦੇ ਆ, ਜਾਂ ਫਿਰ ਤੁਸੀਂ ਇਹ ਕਿਉਂ ਕੀਤਾ? ਨਹੀਂ, ਆਹ ਸਾਰੀ ਚੀਜ਼ਾਂ ਸਰ ਪੈਰਲਲ ਸੀਗੀਆਂ। ਮੇਰੀ ਇੱਕ ਪੱਕੀ ਨੌਕਰੀ ਸੀਗੀ ਫੁੱਲ ਟਾਈਮ, ਜਿਵੇਂ ਕਹਿੰਦੇ ਆ 9 to 5 ਮੰਡੇ ਟੂ ਫਰਾਈਡੇ। ਮੇਰੀ ਇੱਕ ਫੁੱਲ ਟਾਈਮ ਜੌਬ ਸੀ ਸ਼ੁਰੂ ਤੋਂ ਹੀ। ਜਦੋਂ ਦਾ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਉਦੋਂ ਲੈ ਕੇ 2020 ਜਨਵਰੀ ਤੱਕ। ਤੇ ਉਸ ਜੌਬ ਤੋਂ ਇਲਾਵਾ ਮੈਂ ਬਾਕੀ ਸਭ ਕੁਝ ਕੀਤਾ। ਜਿਹੜਾ NGO ਮੈਂ ਚਲਾਇਆ, ਜਾਂ ਮੈਂ ਮਿਊਜ਼ਿਕ ਦਾ ਮੈਂ ਕੰਮ ਕੀਤਾ, ਜਾਂ ਟ੍ਰੇਨਿੰਗ ਸੈਂਟਰ ਖੋਲ੍ਹਿਆ, ਜਾਂ IT ਦਾ ਜਿਹੜਾ ਮੈਂ ਕੰਮ, ਉਹ ਇਟ ਵਾਸ ਅਦਰ ਦੈਨ ਦਾ ਜੌਬ। ਅੱਛਾ। ਉਹ ਜੌਬ ਦੇ ਵਿੱਚ ਮੈਂ ਜਿਵੇਂ 2010 ਦੇ ਵਿੱਚ ਵੈਸੇ ਮੈਂ ਅਮਰੀਕਨ ਐਕਸਪ੍ਰੈਸ 'ਚ ਵੀ ਕੰਮ ਕੀਤਾ, ਮੈਂ ਡੈਲ ਟੈਕਨੋਲੋਜੀਜ਼ 'ਚ ਵੀ ਕੰਮ ਕੀਤਾ, ਮੈਂ ਹਿਊਇਟ ਵਿੱਚ ਕੰਮ ਕੀਤਾ, ਤੇ ਮੈਂ ਇੱਕ ਕੰਪਨੀ ਹੈ ਸੀਵੈਂਟ, ਉਹਦੇ ਵਿੱਚ ਮੈਂ 10 ਸਾਲ ਕੰਮ ਕੀਤਾ। ਅੱਛਾ ਜੀ। ਤੇ ਮੈਂ ਉਹਦੇ ਵਿੱਚ ਵੀ ਇਨ 10 years ਮੈਂ 7-8 ਪ੍ਰਮੋਸ਼ਨਾਂ ਲਈਆਂ, 6-7 ਪ੍ਰਮੋਸ਼ਨਾਂ ਲਈਆਂ। ਤੇ ਮੇਰਾ ਜਿਹੜਾ ਸੈਲਰੀ ਸੀਗੀ ਉਹ ਟਾਈਮ ਸਿਰ ਮੇਰੇ ਪੇਰੈਂਟਸ ਲਈ ਮੇਰੀ ਉਹ ਜੌਬ ਸੀ। ਉਹ ਚਾਹੁੰਦੇ ਸੀ ਵੀ ਫਾਈਨੈਂਸ਼ੀਅਲ ਸਿਕਿਉਰਿਟੀ ਹੋਵੇ, ਤਾਂ ਮੈਂ ਸਿਰਫ ਉਹਨਾਂ ਦੇ ਕਰਕੇ ਮੈਂ ਉਹ ਜੌਬ ਇੰਨੀ ਦੇਰ ਕੀਤੀ। ਕਿਹਾ ਜਾਂਦਾ ਕਿ ਔਰਤ ਦੀ ਉਮਰ ਨਾ ਪੁੱਛੋ, ਹਾਂਜੀ, ਤੇ ਪੁਰਸ਼ ਦੀ ਤਨਖਾਹ ਨਾ ਪੁੱਛੋ। ਹਾਂਜੀ। ਮੈਂ ਤੁਹਾਨੂੰ ਤਨਖਾਹ ਨਹੀਂ ਪੁੱਛਦਾ। ਤੁਸੀਂ ਕਿਉਂ ਕਹਿੰਦੇ ਵੀ ਮੈਂ 10 ਸਾਲਾਂ ਵਿੱਚ 7-8 ਪ੍ਰਮੋਸ਼ਨ ਲਈਆਂ? ਮੈਨੂੰ ਤੁਸੀਂ ਇੰਨਾ ਕੁ ਦੱਸ ਦਿਓ। ਜਾਂ ਤੁਸੀਂ ਇਹ ਵੀ ਕਿਹਾ ਕਿ ਤੁਸੀਂ ਇੱਕ EMPLOYE ਤੋਂ ਪਹੁੰਚ ਗਿਆ ਮੈਨੇਜਮੈਂਟ ਵਿੱਚ। ਤੁਸੀਂ ਮੈਨੂੰ ਇੰਨਾ ਕੁ ਦੱਸ ਦਿਓ ਵੀ ਜਿਹੜੀ ਤੁਸੀਂ ਛਾਲ ਮਾਰੀ ਸ਼ੁਰੂ ਤੋਂ ਲੈ ਕੇ 20 ਤੱਕ, ਤੁਹਾਡੀ ਤਨਖਾਹ ਕਿੰਨੇ ਗੁਣਾ ਵੱਧ ਗਈ ਸੀ ਫਿਰ? 7 ਗੁਣਾ ਵੱਧ ਗਈ ਸੀ ਸਰ 10 ਸਾਲਾਂ ਵਿੱਚ ਜੀ। ਇਹ ਮੇਰੇ ਖਿਆਲ ਇੱਕ ਉਦਾਹਰਨ ਹੋ ਸਕਦੀ ਹੈ, ਸ਼ਾਇਦ ਹੋ ਸਕਦੀ ਹੈ ਸਰ, ਹੈ ਨਾ? ਹਾਂਜੀ, ਕਿਉਂਕਿ ਜੌਬ ਬਦਲ ਕੇ ਕਹਿੰਦੇ ਆ ਵੀ ਸੈਲਰੀ ਇਨਕਰੀਜ਼ ਹੋਏਗੀ। ਅੱਜ ਕੱਲ੍ਹ ਇਹ ਹੋ ਰਿਹਾ ਨਾ ਵੀ ਤੁਸੀਂ ਕੰਪੀਟੀਸ਼ਨ ਦਾ ਜ਼ਮਾਨਾ ਆ, ਤੁਸੀਂ ਜੌਬ ਮਲਟੀ ਕੰਪਨੀ ਆ ਛੱਡੋ, ਇੱਥੇ ਜਾਓ ਤੇ ਵੱਧ ਜਾਂਦੀ ਆ। ਪਰ ਤੁਸੀਂ ਇੱਕੋ ਵਿੱਚ ਮਤਲਬ ਇਹ ਇੰਨਾ ਵਿਸ਼ਵਾਸ ਜਿੱਤਣ ਲਈ ਜਾਂ ਕਰਨ ਲਈ ਤੁਸੀਂ ਕੋਈ ਦੱਸੋਗੇ ਕੋਈ ਵੱਖਰਾ ਕੰਮ ਕੀਤਾ ਹੋਵੇ ਉਸ ਕੰਪਨੀ ਵਿੱਚ ਜਿੰਨਾ ਉਹ ਤੁਹਾਡੇ 'ਤੇ ਬਹੁਤ ਪ੍ਰਭਾਵਿਤ ਹੋਏ? ਹਾਂਜੀ ਸਰ, ਇੱਕ ਨਾ ਮੇਰੇ ਬੌਸ ਸੀਗੇ, ਉਹ ਕਹਿੰਦੇ ਸੀ ਵੀ ਜੇ ਤੁਸੀਂ ਕਿਸੇ ਵੀ ਕੰਪਨੀ ਵਿੱਚ ਓਨੈਸਟਲੀ ਕੰਮ ਕਰਨਾ ਹੈ ਤਾਂ ਉਦੋਂ ਕਰੋ ਜਦੋਂ ਕੋਈ ਦੇਖ ਨਾ ਰਿਹਾ ਹੋਵੇ। ਅੱਛਾ ਜੀ। ਅੱਛਾ ਜੀ।
ਤੇ ਸਿੰਸੀਅਰਿਟੀ ਵੀ ਉਦੋਂ ਦਿਖਾਓ ਜਦੋਂ ਕੋਈ ਦੇਖ ਨਾ ਰਿਹਾ ਹੋਵੇ, ਵਾਹ ਜੀ ਕਿਉਂਕਿ ਜਦੋਂ ਕੋਈ ਦੇਖ ਰਿਹਾ ਹੁੰਦਾ ਉਦੋਂ ਸਾਰੇ ਓਨੈਸਟ ਹੁੰਦੇ। ਬਿਲਕੁਲ ਠੀਕ ਹੈ ਜੀ। ਤੇ ਮੈਂ ਉਸ ਕੰਪਨੀ ਦੇ ਵਿੱਚ ਮੈਂ ਬੜੇ ਗਰਾਊਂਡ ਬ੍ਰੇਕਿੰਗ ਮੈਂ ਸਟੈਪਸ ਲਏ ਫਰੋਮ ਟਾਈਮ ਟੂ ਟਾਈਮ। ਅੱਛਾ ਜੀ। ਜਿਵੇਂ ਕਿ ਇੱਕ ਵਾਰੀ ਮੈਂ ਇੱਕ ਕੰਪਨੀ ਦੇ ਵਿੱਚ ਸੀਗਾ ਤੇ ਮੈਂ EMPLOYE ਸੀ ਜੀ ਤੇ ਉਹਨਾਂ ਦਾ ਜਿਵੇਂ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ CSR ਦੇ ਪ੍ਰੋਜੈਕਟ ਹੁੰਦੇ ਆ ਜੀ ਤੇ ਮੈਂ ਉਹਦੀ ਕਮੇਟੀ ਵਿੱਚ ਸੀਗਾ ਜੀ। ਤੇ ਉਹ ਮੈਂ ਦੇਖਿਆ ਵੀ ਉਹ 25-30 ਹਜ਼ਾਰ ਰੁਪਏ ਦੇ ਪੌਦੇ ਪੇੜ ਜੀ ਉਹ 12 ਲੱਖ ਚ ਲੱਗ ਰਹੇ ਸੀ ਪਲਾਂਟਸ। ਹਾਂਜੀ 30,000 ਦੇ ਪਲਾਂਟ 12 ਲੱਖ ਰੁਪਏ ਚ ਲੱਗ ਰਹੇ ਸੀ। ਇਹਦਾ ਆਮ ਹੈ ਜੀ, ਹੈ ਨਾ? ਹਾਂ ਇੱਦਾਂ ਹੁੰਦੀ ਆ। ਪਰ ਇਸ ਤੋਂ ਵੱਡਾ ਫਰਾਡ ਸੁਣੋ। ਹਾਂਜੀ। ਉਹ 30,000 ਦੇ ਪੌਦੇ 12 ਲੱਖ ਦੇ ਵਿੱਚ ਲੱਗ ਕੇ ਉਹ ਲੱਗ ਵੀ ਜੰਗਲ ਚ ਰਹੇ ਸੀ। ਅੱਛਾ ਜੀ। ਉਹ ਵੀ ਡਿਸਪਿਊਟਡ ਜੰਗਲ। ਅੱਛਾ ਜੀ। ਜੇ 3-4 ਪਾਰਟੀਆਂ ਦਾ ਡਿਸਪਿਊਟ ਚੱਲ ਰਿਹਾ ਸੀ, ਕੱਲ ਨੂੰ ਉਹਦਾ ਕੁਝ ਨਹੀਂ ਬਣਨਾ ਸੀ, ਨਾ ਪੇੜ ਰਹਿਣੇ ਸੀ ਨਾ ਪੌਦੇ ਰਹਿਣੇ ਸੀ, ਨਾ ਕੋਈ ਅਕਾਊਂਟੇਬਿਲਿਟੀ ਵੀ ਕੀ ਬਣਿਆ। ਅੱਛਾ ਜੀ। ਤੇ ਮੈਂ ਸਟੈਪ ਲੈ ਲਿਆ ਜੀ, ਮੈਂ ਸਾਈਨ ਨਹੀਂ ਕਰਨਾ। ਅੱਛਾ ਜੀ। ਤੇ ਮੇਰੇ ਤੇ ਬੜਾ ਪ੍ਰੈਸ਼ਰ ਪਾਇਆ ਹਰ ਬੰਦੇ ਨੇ ਕਿ ਕਰ ਤੂੰ। ਮੈਂ ਜੂਨੀਅਰ ਮੋਸਟ ਸੀਗਾ ਕਮੇਟੀ ਦੇ ਵਿੱਚ ਤੇ ਮੈਂ CEO ਤੱਕ ਚਲਾ ਗਿਆ USA। ਅੱਛਾ ਜੀ। ਕਿ ਜੀ ਆ ਇਦਾਂ ਹੋ ਰਿਹਾ ਤੇ ਉਹਨਾਂ ਨੇ ਮੇਰੇ ਨਾਲ ਖੜ ਕੇ ਕਿਹਾ ਵੀ ਹਾਂ ਠੀਕ ਹੈ ਗੱਲ, ਇਦਾਂ ਨਹੀਂ ਹੋਏਗਾ। ਤੇ ਮੈਂ ਇਦਾਂ ਦੇ ਬੜੇ ਸਾਰੇ ਸਟੈਪਸ ਲਏ। ਅੱਛਾ ਜੀ। ਕਾਰਪੋਰੇਟ এনवायरमेंट ਦੇ ਵਿੱਚ ਬੜੀ ਵਾਰੀ ਜਿਹੜੀਆਂ ਫੀਮੇਲ EMPLOYEES ਹੁੰਦੀਆਂ, ਔਮਨ ਵਰਕਰਸ ਹੁੰਦੀਆਂ, ਉਹਨਾਂ ਨੂੰ ਆਪਣੇ ਚੈਲੰਜਸ ਫੇਸ ਕਰਨੇ ਪੈਂਦੇ ਆ। ਸੈਕਸ਼ੂਅਲ ਹਰਾਸਮੈਂਟ। ਹਾਂਜੀ। ਤੇ ਇੱਕ ਵਾਰੀ ਹੋਇਆ ਇੱਕ ਸੀਨੀਅਰ ਨੇ ਕੁਝ ਗਲਤ ਕਰਤਾ ਤੇ ਮੇਰੇ ਤੇ ਪ੍ਰੈਸ਼ਰ ਪਾਇਆ ਗਿਆ ਵੀ ਤੂੰ ਸਾਈਡ ਉਹਨਾਂ ਦੀ ਲੈ। ਤੇ ਮੈਂ ਹੱਥ ਖੜੇ ਕਰਤੇ ਤੇ ਮੈਂ ਮਤਲਬ ਉਹ ਜਿਹੜੀ ਚੀਜ਼ ਸੀ ਨਾ ਵੀ ਕੁਝ ਬੰਦਿਆਂ ਨੂੰ ਸ਼ਾਇਦ ਬਿਲਕੁਲ ਨਾ ਪਸੰਦ ਆਵੇ ਇੱਦਾਂ ਦਾ ਬੰਦਾ, ਪਰ ਮੇਰੀ ਲੋਇਲਟੀ ਮੇਰੇ EMPLOYER ਲਈ ਸੀ, ਕਿਸੇ ਬੰਦੇ ਲਈ ਨਹੀਂ ਸੀ। ਜੀ 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 ਜੀ। ਤੇ ਉਹ ਮੇਬੀ ਦੈਟ ਵਾਸ ਦ ਰੀਜ਼ਨ ਕਿ ਮੈਂ ਇੰਨੇ ਸਾਲ ਰਿਹਾ ਤੇ ਗਰੋ ਕੀਤਾ ਤੇ ਮਤਲਬ ਲਾਈਕ ਆਈ ਸੈਡ 6-7 ਟਾਈਮਸ ਸੈਲਰੀ ਵਿੱਚ ਫਰਕ ਪਿਆ। ਉਹ ਸਬਸਟੈਂਸ਼ੀਅਲ ਸੀਗਾ ਸਰ, ਮਤਲਬ ਮੈਂ ਸੋਚਿਆ ਨਹੀਂ ਸੀ ਕਦੀ ਕਿ ਇੰਨਾ ਇੱਕੋ ਕੰਪਨੀ 'ਚ ਤਾਂ ਬੜਾ ਕਹਿੰਦੇ ਮੁਸ਼ਕਿਲ ਹੁੰਦਾ। ਬਟ ਮੈਂ ਅਦਰ ਦੈਨ ਮੇਰੀ ਜਿਹੜੇ ਇੱਕ ਹੁੰਦਾ ਤੁਹਾਡੀ ਕੋਰ ਜੋਬ ਕਿ ਆਹ ਤੁਹਾਡੀ ਜੋਬ ਹੈ, ਪਰ ਉਸ ਤੋਂ ਇਲਾਵਾ ਵੀ ਤੁਹਾਡੀ ਜੋਬ ਹੈ ਵੀ ਜੇ ਤੁਹਾਡੀ ਨੌਲੇਜ ਵਿੱਚ ਕੁਝ ਗਲਤ ਹੋ ਰਿਹਾ ਜੀ, ਇਹ ਵੱਡੀ ਗੱਲ ਹੈ। ਹਾਂ, ਕਿ ਉਹ ਤੁਸੀਂ ਰੋਕਣਾ। ਮੈਂ ਉਹਦਾ ਬੜਾ ਧਿਆਨ ਰੱਖਿਆ ਨਾ। ਅੱਛਾ ਜੀ। ਹਾਂ, ਤੁਸੀਂ ਗੱਲ ਹੁਣੇ ਕੀਤੀ ਕਰਪਸ਼ਨ ਦੀ ਵੀ ਭਾਰਤ 'ਚ ਤਾਂ ਅੰਦਰ ਵੀ ਹੁੰਦਾ ਨਾ। ਇੱਕ ਐਕਸੀਡੈਂਟ ਕਿਸੇ ਸ਼ਹਿਰ ਵਿੱਚ ਆਇਆ, ਉਹਨੇ ਕਾਗਜ਼ਾਂ ਵਿੱਚ ਪੂਲ ਬਣਾ ਕੇ ਨਾ ਸਵਿਮਿੰਗ ਪੂਲ ਜੀ ਪੈਸੇ ਜਿਹੜੇ ਆ ਆਪਣੀ ਜੇਬ 'ਚ ਪਾ ਲਏ। ਉਹ ਅਫਸਰ ਬਦਲਿਆ, ਦੂਜਾ ਅਫਸਰ ਆ ਗਿਆ, ਉਹਨੇ ਦੇਖਿਆ ਵੀ ਸਵਿਮਿੰਗ ਪੂਲ ਬਣਿਆ ਨਹੀਂ ਹੋਇਆ, ਕਾਗਜ਼ਾਂ ਵਿੱਚ ਹੈ, ਅਤੇ ਉਹਨੇ ਉਹਦੀ ਮੁਰੰਮਤ ਕਰਕੇ ਉਹਨੂੰ ਐਕਸਪੈਂਡ ਕਰਨ ਦਾ ਬਿੱਲ ਪਾ ਕੇ ਪੈਸੇ ਜੇਬ 'ਚ ਪਾ ਲਏ। ਉਹ ਤੀਜਾ ਆਇਆ, ਉਹਨੇ ਲਿਖ ਦਿੱਤਾ ਫਾਈਲ 'ਤੇ ਕਿ ਇਹ ਜਿਹੜਾ ਸਵਿਮਿੰਗ ਪੂਲ ਹੈ ਇਹਦੀ ਲੋੜ ਨਹੀਂ ਹੈ ਕਿਉਂਕਿ ਬੱਚੇ ਬੁੱਚੇ ਡੁੱਬਣ ਦਾ ਖਤਰਾ ਰਹਿੰਦਾ, ਇਸ ਕਰਕੇ ਇਹਨੂੰ ਪੂਰਤਾ ਜਾਵੇ, ਅਤੇ ਉਹਨੇ ਪੂਰਨ ਦੇ ਪੈਸੇ ਲੈ ਲਏ। ਮਤਲਬ ਸਵਿਮਿੰਗ ਪੂਲ ਬਣਿਆ ਨਹੀਂ ਗਾ। ਸੋ ਇਹ ਜਿਹੜੀ ਸਾਡੇ ਜਿਹੜੀ ਖੂਨ 'ਚ ਰਚੀ ਹੋਈ ਹੈ ਗੱਲ, ਇਹ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਆ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਫਿਰ ਜਿਹੜੀ ਇੱਕ ਤੁਹਾਡੀ NGO ਆ ਉਹ ਕਿਵੇਂ ਖੜੀ ਕੀਤੀ, ਜਾਂ ਉਹਦੇ ਰਾਹੀਂ ਤੁਸੀਂ ਕੀ ਕੰਮ ਕੀਤੇ, ਜਾਂ ਕਿੰਨੇ ਕੁ ਲੋਕਾਂ ਨੂੰ ਬੈਨੀਫਿਟ, ਕਿਸ ਤਰ੍ਹਾਂ ਦਾ ਬੈਨੀਫਿਟ ਹੋਇਆ ਜੀ? ਸਰ ਹੋਇਆ ਕਿ ਮੈਂ 20 ਕੁ ਸਾਲਾਂ ਦਾ ਸੀਗਾ ਜਦੋਂ ਨਿਊਜ਼ 'ਚ ਆਇਆ ਵੀ ਇੱਕ ਮਰਡਰ ਕੇਸ ਹੋਇਆ ਸੀ ਦਿੱਲੀ ਦੇ ਵਿੱਚ। ਜੀ ਜੀ। ਤੇ ਜਿਹੜੇ ਉਹ ਅਕਿਊਜ਼ਡ ਸੀਗੇ ਨਾ ਉਸ ਕੇਸ ਵਿੱਚ, ਉਹਨਾਂ ਨੂੰ ਬਰੀ ਕਰਤਾ ਕੋਰਟ। ਅੱਛਾ ਜੀ। ਤੇ ਮੈਂ ਉਹ 2006 ਦੀ ਗੱਲ ਤੇ ਮੇਰੇ ਮਨ 'ਚ ਸੀ ਵੀ ਠੀਕ ਹੈ, ਕੋਰਟ ਨੇ ਅਕਿਊਜ਼ ਨੂੰ ਤਾਂ ਬਰੀ ਕਰਤਾ, ਪਰ ਮਰਡਰ ਤਾਂ ਹੋਇਆ ਤੇ ਕਿਸੇ ਨੇ ਤਾਂ ਕੀਤਾ। ਬਿਲਕੁਲ ਠੀਕ ਹੈ ਜੀ। ਉਹ ਜੈਸਿਕਾ ਲਾਲ ਕੇਸ ਜਿਹੜਾ ਸੀਗਾ, ਤੇ ਉਹਦੇ ਵਿੱਚ ਫਿਰ ਅਸੀਂ ਨਾ ਪਬਲਿਕ ਅਵੇਅਰਨੈਸ ਕੈਂਪੇਨਸ ਕੀਤੇ। ਜੈਸਿਕਾ ਲਾਲ ਵਿੱਚ? ਹਾਂਜੀ। ਚੰਡੀਗੜ੍ਹ ਦਾ ਮੁੰਡਾ ਆ। ਹਾਂਜੀ। ਵਿਨੋਦ ਸ਼ਰਮਾ ਦਾ ਬੇਟਾ ਹੈ ਨਾ? ਅੱਛਾ ਜੀ। ਤੇ ਸਰ ਅਸੀਂ ਪਬਲਿਕ ਅਵੇਅਰਨੈਸ ਕੈਂਪੇਨ ਕੀਤੇ। ਮੈਂ ਤਾਂ 20 ਸਾਲਾਂ ਦਾ ਸੀਗਾ, ਪਰ ਮੈਂ ਅਕਸਰ ਲੋਕਾਂ ਨੂੰ ਕਹਿੰਦਾ ਵੀ ਉਦੋਂ ਮੇਰੇ 'ਚ ਜਿਹੜੀ ਗਰਮ ਜੋਸ਼ੀ ਸੀਗੀ ਉਹ ਅੱਜ ਦੀ ਡੇਟ ਵਿੱਚ ਨਹੀਂ ਹੈ ਭਾਵੇਂ, ਬਟ ਉਹ ਮੇਰੀ ਚੈਨਲਾਈਜ਼ ਇੱਦਾਂ ਹੋਈ ਵੀ ਮੈਂ ਟੀ-ਸ਼ਰਟਾਂ ਛਪਾਈਆਂ। ਅੱਛਾ ਜੀ। ਉਹਦੇ ਲਿਖਿਆ ਵੀ ਸਾਨੂੰ ਇਨਸਾਫ ਚਾਹੀਦਾ ਹੈ। ਜੀ ਜੀ ਜੀ। ਉਹ ਟੀ-ਸ਼ਰਟਾਂ ਮੈਂ ਲੋਕਾਂ ਨੂੰ ਪਵਾ ਕੇ ਆਪਣੇ ਨਾਲ ਮੈਂ ਜਿਹੜੇ ਉਹਨਾਂ ਦੇ ਬਿਜ਼ਨੈਸਿਸ ਸੀਗੇ ਉਹਨਾਂ ਦੇ ਬਾਹਰ ਜਾ ਕੇ ਬਹਿ ਜਾਣਾ। ਅੱਛਾ ਜੀ। ਤੇ ਜਿਹੜੇ ਲੋਕਾਂ ਨੇ ਉੱਥੇ ਆਉਣਾ, ਆਪਾਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਇਹਨਾਂ ਦੇ ਬਿਜ਼ਨਸ ਹਾਊਸ 'ਚ ਨਾ ਡੀਲ ਕਰੋ, ਇਹਨਾਂ ਦੀ ਇਨਕਮ ਨਾ ਵਧਾਓ, ਕਿਉਂਕਿ ਇਹਨਾਂ ਦੇ ਕੰਮ ਐਸੇ ਕਰਕੇ ਨੇ ਬਿਕੋਜ਼ ਦੇ ਥਿੰਕ ਕਿ ਉਹਨਾਂ ਕੋਲ ਮਨੀ ਹੈ, ਪਾਵਰ ਹੈ। ਪਿਕੈਡਲੀ ਮੋਰੇ? ਹਾਂਜੀ ਹਾਂਜੀ। ਅੱਛਾ ਜੀ। ਪਿਕੈਡਲੀ ਮੋਰੇ 17 ਸੈਕਟਰ ਉਹਨਾਂ ਦਾ ਇੱਕ ਸੀਗਾ, ਉਹਦੇ ਬਾਹਰ। ਤੇ
ਅਸੀਂ ਮੋਰਚੇ ਲਾਏ ਤੇ ਅਸੀਂ ਲੋਕਾਂ ਨੂੰ ਪੀਸਫੁਲੀ ਕਿਹਾ ਵੀ ਤੁਸੀਂ ਇਹਨਾਂ ਦੇ ਹੋਟਲ 'ਚ ਨਾ ਜਾਓ, ਇਹਨਾਂ ਦੇ ਸਿਨੇਮਾ ਹਾਲ ਨਾ ਜਾਓ, ਇਹਨਾਂ ਦੇ ਰੈਸਟੋਰੈਂਟ ਬਾਹਰ ਨਾ ਜਾਓ। ਜਿਵੇਂ ਹੁਣ ਕਿਸਾਨ ਕਰ ਰਹੇ ਆ ਕਿ ਕਾਰਪੋਰੇਟ ਘਰਾਣਿਆਂ ਵਿੱਚ ਨਾ ਸ਼ਾਪਿੰਗ ਮਾਲ 'ਚ ਨਾ ਜਾਓ, ਹੈ ਨਾ, ਸੇਮ ਬਿਲਕੁਲ ਹੋਇਆ। ਉਹ ਆਪਾਂ ਕੀਤਾ ਤੇ ਬੜੀ ਦੇਰ ਲਈ, ਰਿਕਾਰਡ ਵਾਲੀ ਗੱਲ ਹੈ, ਉਦੋਂ ਬੜੇ ਮਹੀਨਿਆਂ ਵਾਸਤੇ ਉਹਨਾਂ ਦੇ ਫਿਰ ਬੈਨਰ ਲੱਗੇ ਰਹੇ ਵੀ ਆ ਰੈਨੋਵੇਸ਼ਨ ਲਈ ਬੰਦ ਹੈ। ਅੱਛਾ। ਕਿਉਂਕਿ ਅਸੀਂ ਲੋਕਾਂ ਨੂੰ ਅੰਦਰ, ਮਤਲਬ ਅਸੀਂ ਰੋਕਿਆ ਨਹੀਂ ਪਰ ਅਸੀਂ ਸਮਝਾਇਆ ਹਾਂਜੀ ਕਿ ਆ ਦੇਖੋ ਮਨੀ ਪਾਵਰ ਦਾ ਕੰਬੀਨੇਸ਼ਨ ਜਿਹੜਾ ਇਹਨਾਂ ਨੇ ਬਣਾ ਕੇ ਸੋਚਿਆ ਵੀ ਅਸੀਂ ਕੁਝ ਵੀ ਕਰਕੇ ਵੀ ਕੈਨ ਗੈਟ ਅਵੇ ਵਿਦ ਇਟ, ਉਹ ਨਹੀਂ ਹੋਣਾ ਚਾਹੀਦਾ। ਉਹ ਫਿਰ ਆਪਾਂ 5-6 ਦਿਨ ਤਾਂ ਮੀਡੀਆ ਨੂੰ ਦੂਰ ਰੱਖਿਆ। ਫਿਰ ਮੈਨੂੰ ਥੋੜੀ ਬਹੁਤ ਪ੍ਰੋਬਲਮ, ਜੋ ਧਮਕੀਆਂ ਆਉਂਦੀਆਂ ਤੁਹਾਨੂੰ ਪਤਾ ਹੀ ਹੈ। ਉਦੋਂ ਮੇਰਾ ਜਵਾਬ, ਮੈਂ 20 ਸਾਲਾਂ ਦਾ ਸੀਗਾ, ਮੈਨੂੰ ਲੱਗਿਆ ਕਿ ਮੈਨੂੰ ਡਰਾਇਆ ਜਾ ਰਿਹਾ ਹੈ ਤੇ ਮੈਂ 7ਵੇਂ ਦਿਨ ਆਰਗੇਨਾਈਜੇਸ਼ਨ ਖੜੀ ਕੀਤੀ, ਮਿਡਲ ਫਿੰਗਰ ਪ੍ਰੋਟੈਸਟਸ। ਅੱਛਾ ਜੀ। ਕਿ ਬਈ ਮੇਰਾ ਆ ਜਵਾਬ ਹੈ। ਮੈਂ ਸੋਚਿਆ ਸਾਰੀ ਰਾਤ ਬਹਿ ਕੇ ਕਿ ਉਹ ਮੈਨੂੰ ਕਹਿੰਦੇ ਤੂੰ ਦਿਸਣਾ ਨਹੀਂ ਚਾਹੀਦਾ, ਤੇ ਮੈਂ ਸੋਚਿਆ ਰਾਤੀ ਬਹਿ ਕੇ ਕਿ ਮੈਂ ਕੀ ਕਰਾਂ, ਕਿ ਮੈਂ ਡਰ ਜਾ, ਕਿ ਮੈਂ ਇਹਦਾ ਕੋਈ ਜਵਾਬ ਕਿਵੇਂ ਦੇਵਾਂ। ਤੇ ਮੇਰਾ ਜਵਾਬ ਸੀਗਾ ਵੀ ਅਸੀਂ ਨਹੀਂ ਡਰਨ ਵਾਲਿਆਂ 'ਚ। ਤੇ ਉਹ ਮਿਡਲ ਫਿੰਗਰ ਪ੍ਰੋਟੈਸਟ ਆਰਗੇਨਾਈਜੇਸ਼ਨ ਸ਼ੁਰੂ ਹੋ ਗਈ। ਉਹਦੇ ਵਿੱਚ ਮੇਰੇ ਨਾਲ ਬੜਾ ਯੂਥ ਜੁੜ ਗਿਆ। ਅਸੀਂ ਹੋਰਾਂ ਕੇਸਿਸ ਵਿੱਚ ਵੀ ਬੜਾ ਐਕਟਿਵਲੀ ਪਾਰਟਿਸਿਪੇਟ ਕੀਤਾ। ਬਟ ਓਵਰ ਅ ਪੀਰੀਅਡ ਆਫ ਟਾਈਮ ਜਦੋਂ ਮੈਨੂੰ UN 'ਚ ਸੱਦਾ ਮਿਲਿਆ, ਮੈਂ ਉੱਥੇ ਗਿਆ। ਉੱਥੇ ਹੋਰ ਵੀ ਆਰਗੇਨਾਈਜੇਸ਼ਨਸ ਆਈਆਂ ਹੋਈਆਂ ਸੀ, ਡਿਗਨਿਟਰੀਜ਼ ਆਏ ਹੋਏ ਸੀ। ਉਹਨਾਂ ਨੇ ਮੈਨੂੰ ਸਮਝਾਇਆ ਵੀ ਆਹ ਜਿਹੜੀ ਤੁਸੀਂ ਕੰਮ ਕਰ ਰਹੇ ਹੋ ਇੰਨਾ ਵਧੀਆ, ਉਹਨੂੰ ਤੁਸੀਂ ਕਮਿਊਨਿਟੀ ਵੈਲਫੇਅਰ ਦੇ ਵਿੱਚ ਲੈ ਕੇ ਜਾਓ ਜੀ, ਰੈਦਰ ਦੈਨ ਪ੍ਰੋਟੈਸਟ ਗਰੁੱਪ। ਜੀ ਜੀ ਜੀ। ਤੇ ਉਹ ਗੱਲ ਮੈਨੂੰ ਸਮਝ ਆਈ। ਇਟ ਵਾਸ ਵੈਰੀ, ਮਤਲਬ ਕਹਿੰਦੇ ਨਾ ਸਲਾਹ ਸਾਰਿਆਂ ਦੀ ਸੁਣੋ, ਕਰੋ, ਹਾਂ ਕਰੋ ਆਪਣੀ। ਪਰ ਉਹ ਸਲਾਹ ਸੀ ਜਿਹੜੀ ਮੈਨੂੰ ਲੱਗਿਆ ਵੀ ਅਸੀਂ ਅਮਲ ਇੱਥੇ ਕਰੀਏ ਜੀ। ਤੇ ਫਿਰ ਆਪਾਂ ਕਮਿਊਨਿਟੀ ਵੈਲਫੇਅਰ 'ਚ ਪੈ ਗਏ। ਹੁਣ ਅੱਜ ਦੀ ਡੇਟ ਵਿੱਚ ਸਰ ਅਸੀਂ 2 ਪ੍ਰੋਜੈਕਟ ਸ਼ੁਰੂ ਕੀਤੇ ਹੋਏ ਆ ਆਪਣੇ NGO ਦੇ। NGO ਦਾ ਨਾਂ ਜੀ? ਹਿਊਮਨ ਰਾਈਟਸ ਪ੍ਰੋਟੈਕਸ਼ਨ ਗਰੁੱਪ ਐਂਡ MFP ਫੈਡਰੇਸ਼ਨ। ਅੱਛਾ ਜੀ। ਉਹ ਜਿਹੜਾ ਮਿਡਲ ਫਿੰਗਰ ਪ੍ਰੋਟੈਸਟ ਸੀ ਉਹਦਾ ਆਪਾਂ MFP ਕਰਕੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਗਰੁੱਪ ਐਂਡ MFP ਫੈਡਰੇਸ਼ਨ ਹੋ ਗਿਆ ਜੀ ਜੀ। ਤੇ ਦਿਸ ਇਜ਼ ਸੈਕਸ਼ਨ 8 NGO ਰਜਿਸਟਰਡ ਵਿਦ। ਪਰ ਇਹ ਮਿਡਲ ਫਿੰਗਰ ਤਾਂ ਫੋਰਨ ਕੰਟਰੀ 'ਚ ਗਾਲ ਮੰਨਦੇ ਆ ਨਾ? ਹਾਂਜੀ, ਆਫੈਂਸਿਵ ਮੰਨਦੇ, ਹਾਂ ਹਾਂਜੀ, ਚੈਲੰਜ ਮੰਨਦੇ ਆ। ਹਾਂਜੀ ਹਾਂਜੀ ਹਾਂਜੀ। ਤੇ ਇਸ ਕਰਕੇ ਆਪਾਂ ਨਾਂ ਬਦਲ ਲਿਆ। ਹੁਣ ਸੈਕਸ਼ਨ 8 NGO ਹੈ ਜੀ, ਗਵਰਨਮੈਂਟ ਆਫ ਇੰਡੀਆ ਨਾਲ ਰਜਿਸਟਰਡ ਹੈ, ਵੈਲੀਡੇਟਡ ਹੈ ਨੀਤੀ ਆਯੋਗ ਨਾਲ ਤੇ ਹੋਰਾਂ ਏਜੰਸੀਆਂ ਨਾਲ, NASSCOM ਦੇ ਨਾਲ। ਤੇ ਹੁਣ ਸਾਡੇ 2 ਪ੍ਰੋਜੈਕਟ ਨੇ, ਰਿਸਪੈਕਟੇਬਲ ਫਿਊਨਰਲ ਸਰਵਿਸਿਜ਼ ਫॉर द ਪੂਅਰ। ਅੱਛਾ ਜੀ। ਐਂਡ ਰਿਸਪੈਕਟੇਬਲ ਲਾਈਵਲੀਹੁੱਡ ਸਰਵਿਸਿਜ਼। ਮਤਲਬ ਜਿਹੜੀਆਂ ਲੋਕਾਂ ਕੋਲੇ ਸੰਸਕਾਰ ਕਰਨ ਲਈ ਪੈਸੇ ਨਹੀਂ ਹੈਗੇ ਜਾਂ ਅਨਆਇਡੈਂਟੀਫਾਈਡ ਲੋਕ ਹੁੰਦੇ ਆ, ਹੈ ਨਾ ਜੀ, ਉਹਨਾਂ ਦਾ ਤੁਸੀਂ ਕ੍ਰਿਮੇਸ਼ਨ ਕਰਦੇ ਹੋ ਜੀ? ਐਕਚੁਅਲੀ ਸਰ ਅਸੀਂ ਕ੍ਰਿਮੇਸ਼ਨ ਤੋਂ ਇਲਾਵਾ ਸਾਡਾ ਫੋਕਸ ਰਹਿੰਦਾ ਵੀ ਇੱਕ ਨਾ ਨਿਊਜ਼ ਆਈ ਸੀ 2-4 ਸਾਲ ਪਹਿਲਾਂ, ਤੁਹਾਨੂੰ ਜ਼ਰੂਰ ਪਤਾ ਹੋਣਾ, 2 ਇੱਦਾਂ ਦੀਆਂ ਨਿਊਜ਼ ਸੀਗੀਆਂ ਲਾਗੇ ਹੀ ਆਈ ਸੀ। ਤੇ ਉਹ ਮੈਨੂੰ ਬਹੁਤ ਮੈਨੂੰ ਇੰਪੈਕਟ ਪਿਆ। ਉਹ ਇੱਕ ਸੀ ਵੀ ਇੱਕ ਬੱਚੇ ਨੂੰ ਫੜ ਲਿਆ ਪੰਜਾਬ ਪੁਲਿਸ ਨੇ। ਅੱਛਾ ਜੀ। ਆਪਣੇ ਫਾਦਰ ਦੇ ਮਰਡਰ ਦੇ ਇਲਜ਼ਾਮ 'ਚ। ਅੱਛਾ ਜੀ। ਕਿਉਂਕਿ ਉਹਦੇ ਘਰ ਦੇ ਵਿਹੜੇ 'ਚੋਂ ਸਟਰੀਟ ਡੌਗਸ ਨੇ ਬੋਡੀ ਉਹ ਡਿਗ ਕੀਤਾ ਤੇ ਉਹ ਬੋਡੀ ਨਿਕਲ ਆਈ। ਅੱਛਾ ਜੀ। ਤੇ ਪੁਲਿਸ ਵਾਲੇ ਬੇਟੇ ਨੂੰ ਫੜ ਕੇ ਲੈ ਗਏ। ਤੇ ਇੰਟਰੋਗੇਸ਼ਨ ਤੋਂ ਬਾਅਦ ਪਤਾ ਲੱਗਿਆ, ਪੁਲਿਸ ਵਾਲਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਇਹਨੇ ਮਰਡਰ ਨਹੀਂ ਕੀਤਾ ਸੀ, ਇੰਨੇ ਗਰੀਬ ਸੀਗੇ, ਦੋਵੇਂ ਪਿਓ ਪੁੱਤ ਗੁਰਦੁਆਰੇ ਜਾ ਕੇ ਰੋਟੀ ਖਾਂਦੇ ਸੀ, ਪਰ ਗਰੀਬ ਬਹੁਤ ਜ਼ਿਆਦਾ ਸੀ। ਤੇ ਇਹਨਾਂ ਕੋਲ ਜਦੋਂ ਫਾਦਰ ਦੀ ਡੈਥ ਹੋਈ ਤਾਂ ਕ੍ਰਿਮੇਸ਼ਨ ਦੇ ਪੈਸੇ ਨਹੀਂ ਸੀ, ਉਹਨਾਂ ਨੇ ਦੱਬਤੀ ਧਰਤੀ ਥੱਲੇ। ਤੇ ਉਹ ਬੱਚੇ ਨੇ ਟਾਈਮ ਲਾ ਕੇ ਘਰ ਦੇ ਵਿਹੜੇ 'ਚ ਹੀ ਉਹਨਾਂ ਨੂੰ ਦਫਨ ਕਰਤਾ, ਜਦ ਕਿ ਉਹ ਐਸ ਪਰ ਦੇਅਰ ਜਲਾਉਣਾ ਹੁੰਦਾ। ਹਾਂਜੀ। ਮੈਨੂੰ ਬੜਾ ਬੁਰਾ ਲੱਗਿਆ ਵੀ। ਤੇ ਉਹ ਫਿਰ ਬਾਅਦ 'ਚ ਪਤਾ ਲੱਗਿਆ ਵੀ ਉਹ ਗੁਰਦੁਆਰੇ ਵੀ ਗਏ ਸੀ ਮਦਦ ਮੰਗਣ। ਪਰ ਅੱਜ ਕੱਲ੍ਹ ਸਾਡੇ ਪਿੰਡਾਂ 'ਚ ਕਈ ਵਾਰੀ ਗੁਰਦੁਆਰੇ ਵੀ ਪਰਟੀਕੂਲਰ ਕਮਿਊਨਿਟੀ, ਕਾਸਟ, ਪਤਾ ਨਹੀਂ ਕਿ ਉਹ ਹੋ ਗਿਆ ਸਿਸਟਮ ਸਾਰਾ, ਹੈ ਨਾ। ਤੇ ਉਹ ਕੇਸ ਸੀ। ਤੇ ਇੱਕ ਸੀਗਾ ਵੀ ਇੱਕ ਫੋਟੋ ਬੜੀ ਪੋਪੂਲਰ ਹੋਈ ਸੀ ਜਿਹਦੇ ਵਿੱਚ ਇੱਕ ਵਿਚਾਰਾ ਕੋਈ ਆਪਣੀ ਮਾਂ ਦੀ ਬੋਡੀ ਨੂੰ ਸਾਈਕਲ ਦੇ ਕੈਰੀਅਰ 'ਤੇ ਪਾ ਕੇ ਲੈ ਕੇ ਜਾ ਰਿਹਾ ਜੀ। ਤੇ ਉਸ ਤੋਂ ਬਾਅਦ ਨਾ ਅਸੀਂ ਕੀ ਕੀਤਾ, ਅਸੀਂ ਲੋਕਾਂ ਨੂੰ ਮਦਦ ਕਰਨ ਲੱਗ ਗਏ ਵੀ ਕੋਈ ਗੱਲ ਨਹੀਂ, ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਅਸੀਂ ਗੱਡੀ ਬੁਲਾ ਕੇ ਜੀ। ਉਹਦੇ ਵਿੱਚ ਮੈਂ ਕੀ ਰਿਅਲਾਈਜ਼ ਕੀਤਾ ਵੀ ਜਿਹੜੇ ਐਂਬੂਲੈਂਸ ਫਿਊਨਰਲ ਵੈਨ ਵਾਲੇ ਨੇ ਉਹ ਤਾਂ ਲੋਕਾਂ ਨੂੰ ਠੱਗ ਰਹੇ ਆ ਜੀ। ਕੋਈ ਕਿੰਨੇ ਪੈਸੇ ਮੰਗ ਰਿਹਾ, ਕੋਈ ਕਿੰਨੇ ਪੈਸੇ ਮੰਗ ਰਿਹਾ। ਫਿਰ ਆਪਾਂ ਸੋਚਿਆ ਵੀ ਸਾਨੂੰ ਨਾ ਆਪਣੀ ਗੱਡੀ ਚਾਹੀਦੀ ਹੈ। ਅੱਛਾ ਜੀ। ਤੇ ਮੈਂ ਅਰਜ਼ੀਆਂ ਪਾਈਆਂ ਤੇ ਆਈ ਐਮ ਵੈਰੀ ਥੈਂਕਫੁਲ ਸਾਡੇ ਜਿਹੜੇ
ਮੈਂਬਰ ਆਫ ਪਾਰਲੀਮੈਂਟ ਆਨਰੇਬਲ ਮੈਡਮ ਕਿਰਨ ਖੇਰ ਚੰਡੀਗੜ੍ਹੋਂ, ਉਹਨਾਂ ਨੇ ਸਾਨੂੰ ਅੱਛਾ ਮਦਦ ਕੀਤੀ। ਅੱਛਾ ਜੀ। ਉਹਨਾਂ ਦੇ ਜਿਹੜੇ ਨਾਲ ਐਡਵਾਈਜ਼ਰ ਹੁੰਦੇ ਸਤੇਸ਼ ਸਲਾਰੀਆ ਜੀ, ਉਹਨਾਂ ਨੇ ਵੀ ਬੜਾ, ਉਹਨਾਂ ਨੂੰ ਸਮਝ ਆਇਆ ਵੀ ਹਾਂ ਆ ਜਿਹੜਾ ਕੌਜ਼ ਹੈ ਆ ਰੀਅਲ ਹੈ, ਇਹਦੇ ਵਿੱਚ ਹੈਲਪ ਚਾਹੀਦੀ ਹੈ। ਤੇ ਹੁਣ ਅਸੀਂ ਗੱਡੀ ਚਲਾਉਂਦੇ ਹਾਂ ਆਪਣੀ ਵਿਦ ਦੇਅਰ ਹੈਲਪ, MP ਲੈਡਸ ਦੇ ਵਿੱਚ ਸਾਨੂੰ ਕੋਈ ਮਦਦ ਮਿਲੀ ਤੇ ਉਹਦੇ ਵਿੱਚ ਸਰ ਅਸੀਂ ਗਰੀਬਾਂ ਲਈ ਬਿਲਕੁਲ ਫ੍ਰੀ ਹੈ ਸਰਵਿਸ। ਅੱਛਾ। ਤੇ ਨਾਲ ਉਹਦੇ ਆਪਾਂ ਇੱਕ ਮੋਬਾਈਲ ਮੋਰਚਰੀ ਵੀ ਰੱਖੀ ਹੈ। ਅੱਛਾ ਜੀ। ਹਾਂਜੀ, ਉਹ ਉਸ ਕਰਕੇ ਵੀ ਇੰਡੀਆ ਦੇ ਵਿੱਚ, ਔਰ ਮੈਂ ਦੇਸ਼ ਪ੍ਰੇਮੀ ਹਾਂ, ਪਰ ਸੱਚਾਈ ਦੀ ਗੱਲ ਇਹ ਹੈ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਮੋਰਚਰੀ ਦੀ ਥਾਂ ਦੇ ਲਈ ਵੀ ਸਿਫਾਰਿਸ਼ ਚਾਹੀਦੀ ਹੈ। ਸਿਫਾਰਿਸ਼ ਵੀ ਚਾਹੀਦੀ ਆ। ਬਾਕੀ ਉਹ ਜਿਹੜੇ ਫ੍ਰੀਜਰ ਉਹ ਚੱਲਦੇ ਵੀ ਨਹੀਂ ਹੁੰਦੇ, ਉਹਨਾਂ 'ਚ ਚੂਹੇ ਵੀ ਘੁੰਮਦੇ ਹੁੰਦੇ ਆ। ਰਾਈਟ। ਬੜੀਆਂ ਸਾਰੀਆਂ ਬੋਡੀ ਖਾਧੀਆਂ ਹੋਈਆਂ ਮਿਲੀਆਂ, ਸਮੈਲ ਮਾਰਦੀਆਂ ਮਿਲੀਆਂ ਕਿਉਂਕਿ ਲਾਈਟ ਹੈ ਨਹੀਂ ਸੀਗੀ। ਹਾਂਜੀ, ਫ੍ਰੀਜ ਖਰਾਬ ਸੀ। ਹਾਂਜੀ, ਤੇ ਅਸੀਂ ਉਹਦਾ ਇੱਕ ਸਿਸਟਮ ਰੱਖਿਆ ਹੋਇਆ ਸਰ, ਰੈਫਰੀਜਰੇਟਰ ਮੋਬਾਈਲ, ਤੇ ਉਹ ਹੁਣ ਆਪਾਂ ਲਿਆ ਕਿ ਜੇ ਲੋੜ ਪਵੇ ਤਾਂ। ਠੀਕ ਹੈ ਜੀ, ਸਮਝ ਗਿਆ। ਪਰ ਇੱਕ ਗੱਡੀ ਹੈ, ਅਸੀਂ ਉਹਦੇ ਨਾਲ ਉਹ ਚੱਲਦੀ ਹੈ। ਅਸੀਂ ਕਦੀ ਕਿਸੇ ਤੋਂ ਪੈਸੇ ਨਹੀਂ ਮੰਗੇ, ਪਰ ਹਾਂ ਜੇ ਸਾਨੂੰ ਲੱਗਦਾ ਹੈ ਵੀ ਦਿਸ ਇਜ਼ ਨਾਟ ਅ ਪੂਅਰ ਫੈਮਿਲੀ, ਤੇ ਅਸੀਂ ਜਿਹੜਾ ਖਰਚਾ ਹੁੰਦਾ ਉਹ ਉਹਨਾਂ ਤੋਂ ਲੈ ਲੈਂਦੇ ਹਾਂ। ਪਰ ਅਸੀਂ ਵੈਸੇ ਸਾਰੇ, ਮੈਂ ਕ੍ਰਿਮੇਸ਼ਨ 25 ਸੈਕਟਰ ਮੋਹਾਲੀ, PGI ਦੀ ਮੋਰਚਰੀ, ਹੋਰਾਂ ਥਾਵਾਂ 'ਤੇ ਜਿਹੜੇ ਕ੍ਰਿਸਚਨਸ ਦਾ ਹੈਗਾ ਜਾਂ ਮੁਸਲਮਾਨਾਂ ਦਾ ਹੈਗਾ, ਸਾਰਿਆਂ ਦੇ ਵਿੱਚ ਮੈਂ ਜਾ ਕੇ ਆਪਣੇ ਨੰਬਰ ਸਾਡੇ ਦਿੱਤੇ ਹੋਏ ਆ ਕਿ ਤੁਸੀਂ ਸਾਨੂੰ ਕੰਟੈਕਟ ਕਰੋ। ਆਉਂਦੇ ਆ ਫੋਨ, ਕਦੀ ਆਉਂਦੇ ਫੋਨ। ਤੇ ਜਿਹੜੀ ਰਿਸਪੈਕਟੇਬਲ ਲਿਵਲੀਹੁੱਡ ਆ ਉਹ ਕੀ ਹੈ ਕਨਸੈਪਟ? ਸਰ ਉਹ ਕਨਸੈਪਟ ਹੈ, ਅਸੀਂ ਨਾ ਰਿਅਲਾਈਜ਼ ਕੀਤਾ ਵੀ ਇੰਡੀਆ ਦੇ ਵਿੱਚ ਨੌਕਰੀ, ਸਾਰੇ ਕਹਿੰਦੇ ਨੌਕਰੀ ਦਿਓ ਜੀ, ਤੇ ਜਿਹੜੀ ਨੌਕਰੀ ਮਿਲ ਜਾਂਦੀ ਹੈ ਨਾ, ਉਹਨੂੰ ਇੱਜ਼ਤ ਨਹੀਂ ਮਿਲਦੀ, ਡਿਗਨਿਟੀ। ਜੀ ਡਿਗਨਿਟੀ ਮਿਸਿੰਗ ਹੈ ਸਰ। ਡਿਗਨਿਟੀ ਆਫ ਲੇਬਰ ਇਜ਼ ਮਿਸਿੰਗ, ਡਿਗਨਿਟੀ ਆਫ ਵਰਕ ਇਜ਼ ਮਿਸਿੰਗ ਜੀ। ਤੇ ਅਸੀਂ ਹੁਣ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਜਿਹਦੇ ਵਿੱਚ ਵੀ ਏਮ ਕਿ ਇਨ ਦ ਫਸਟ ਫੇਜ਼ ਆਪਾਂ 500 ਫੈਮਲੀਆਂ ਨੂੰ ਜੌਬ ਦਵਾਈਏ। ਅੱਛਾ ਜੀ। ਹਰ ਫੈਮਲੀ 'ਚੋਂ ਇੱਕ ਬੰਦੇ ਨੂੰ। ਅੱਛਾ ਜੀ। ਤੇ ਉਹਨਾਂ ਨੂੰ ਜਿਹੜੀ ਜੌਬ ਹੋਵੇ, ਉਹ ਜਿਹੜੀ ਸੈਲਰੀ ਹੋਵੇ ਉਹ ਮਾਰਕੀਟ ਸਟੈਂਡਰਡ ਤੋਂ ਜ਼ਿਆਦਾ ਹੋਵੇ। ਅੱਛਾ ਜੀ। ਜੇ ਉਹਨਾਂ ਨੂੰ 버ਗਰ ਕਿੰਗ, ਡੋਮੀਨੋਜ਼ 12,000 ਪੇ ਕਰ ਰਿਹਾ ਤੇ ਅਸੀਂ 18 ਕਰੀਏ ਜੀ, ਠੀਕ ਹੈ। ਉਹਦੇ ਇਲਾਵਾ ਉਹਨਾਂ ਨੂੰ ਆਪਾਂ ਸਹੂਲਤਾਂ ਦਈਏ, ਉਹਨਾਂ ਦੀ ਹੈਲਥ ਇੰਸ਼ੋਰੈਂਸ, ਜੇ ਉਹਨਾਂ ਨੂੰ ਕੱਲ੍ਹ ਨੂੰ ਕੋਈ ਫਾਈਨੈਂਸ਼ੀਅਲ ਏਡ ਚਾਹੀਦੀ ਹੈ, ਕੁੜੀਆਂ ਦਾ ਵਿਆਹ ਕਰਾਉਣਾ ਹੈ, ਇੱਕ ਜਿਵੇਂ ਆਪਾਂ ਇੱਕ ਪਰਿਵਾਰ ਬਣਾ ਰਹੇ ਹਾਂ ਜੀ, ਉਹ ਆਪਾਂ ਪ੍ਰੋਜੈਕਟ ਲਾਂਚ ਕੀਤਾ ਸੀ। ਪਰ ਡਿਊ ਟੂ ਕਰੋਨਾ ਵਾਇਰਸ ਐਂਡ ਲੋਕਡਾਊਨ ਆਪਾਂ ਬਿਲਕੁਲ ਉਹ ਕੰਮ ਸਟਾਲ ਹੋ ਗਿਆ। ਤੇ ਹੁਣ ਆਪਾਂ ਉਹਨੂੰ ਦੁਬਾਰਾ ਉਹਦੇ ਵਿੱਚ ਜਾਨ ਪਾਈ ਹੈ। ਮੈਂ ਜਿਹੜੇ ਸਾਡੇ ਇਨਵੈਸਟਰ ਨੇ ਉਹਨਾਂ ਨੂੰ ਮੈਂ ਬੜਾ ਥੈਂਕਫੁਲ ਹਾਂ ਵੀ ਉਹ ਸਾਡੇ ਨਾਲ ਖੜੇ ਨੇ। ਤੇ ਆ ਜਿਵੇਂ ਤੁਹਾਡਾ ਜਿਹੜਾ ਸ਼ੋਅ ਦਾ ਨਾਂ ਹੈ ਨਾ ਵੀ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ, ਹਾਂ, ਉਹ ਆਪਾਂ ਤੁਣਕਾ ਹੀ ਕਰ ਰਹੇ ਹਾਂ ਉਹਦਾ। ਅੱਛਾ ਜੀ। ਤੇ ਸਾਡਾ ਮਕਸਦ ਇਹ ਹੈ ਵੀ ਉਹਦੇ ਵਿੱਚ ਜਿੰਨੇ ਵੀ EMPLOYEES ਹੋਣ, ਉਹਨਾਂ ਨੂੰ ਸਿਰਫ ਆਪਾਂ ਸੈਲਰੀ ਨਾ ਦਈਏ, ਉਹਨਾਂ ਨੂੰ ਆਪਾਂ ਹਿੱਸੇਦਾਰ ਵੀ ਬਣਾਈਏ। ਅੱਛਾ ਜੀ। ਹਾਂਜੀ। ਕਈ ਵਾਰੀ ਹੁੰਦਾ ਇਹ ਆ ਕਿ ਤੁਣਕਾ ਤਾਂ ਬਹੁਤ ਲੋਕ ਮਾਰਦੇ ਆ ਪਰ ਗੁੱਡੀ ਨਹੀਂ ਚੜ੍ਹਦੀ ਹੈ। ਹਾਂਜੀ। ਹੈ ਨਾ, ਇਹ ਗੁੱਡੀ ਚੜਾਉਣ ਲਈ ਵੀ ਰੱਬ ਦੀ ਜਿਹੜੀ ਕਿਰਪਾ ਆ ਬਹੁਤ ਜ਼ਰੂਰੀ ਆ। ਤੁਹਾਡੀ ਜਿਹੜੀ ਕਿਸਮਤ ਆ ਹੈ ਨਾ, ਉਹ ਬੜੀ ਜ਼ਰੂਰੀ ਆ। ਹੁਣ ਤੁਸੀਂ ਜਿਹੜਾ ਆਹ ਗੱਲ ਕੀਤੀ ਆਪਣੇ ਇਨਵੈਸਟਰ ਦੀ, ਜਾਂ ਤੁਸੀਂ ਕਾਰੋਬਾਰ ਜਿਹੜਾ ਕਰ ਰਹੇ ਹੋ, ਜਿਹੜਾ ਤੁਸੀਂ ਕਿਹਾ ਉਹਨਾਂ ਲੋਕਾਂ ਦੀ ਹਿੱਸੇਦਾਰੀ ਬਣਾਈਏ, ਇਹ ਮੈਨੂੰ ਆਪਣੇ ਕਾਰੋਬਾਰ ਬਾਰੇ ਥੋੜ੍ਹਾ ਦੱਸੋ ਜੀ, ਕੀ ਆ ਇਹ? ਸਰ ਇਹ ਇੱਕ ਪਿਓਰ ਵੈਜੀਟੇਰੀਅਨ ਫੂਡ ਚੇਨ ਹੈ। ਅੱਛਾ, ਜਿਹੜੀ ਆਪਾਂ ਸ਼ੁਰੂ ਕਰਤੀ। ਹਾਂਜੀ। ਅੱਛਾ ਜੀ। ਤੇ ਇਹਦੇ ਵਿੱਚ ਹੈਲਥ ਤੇ ਇਨਗਰੀਡੀਐਂਟਸ ਦਾ ਬੜਾ ਧਿਆਨ ਰੱਖਿਆ ਗਿਆ ਜੀ, ਵੀ ਜਿਹੜੇ ਇਨਗਰੀਡੀਐਂਟਸ ਹੋਣ ਉਹ ਬਿਲਕੁਲ ਪ੍ਰੀਮੀਅਮ ਹੋਣ ਜੀ। ਕਿਸੇ ਨੂੰ ਖਾ ਕੇ ਕੋਈ ਆਹ ਨਾ ਲੱਗੇ ਵੀ ਐਸਿਡਿਟੀ ਹੋ ਰਹੀ ਹੈ, ਹੈਵੀਨੈਸ ਹੋ ਰਹੀ ਹੈ। ਤੇ ਇੱਕ ਪਿਓਰ ਵੈਜੀਟੇਰੀਅਨ ਜੀ, ਵੀ ਵਾਂਟ ਕਿ ਵੈਜੀਟੇਰੀਅਨ ਫੂਡ, ਇਨਫੈਕਟ ਵੇਗਨ ਦਾ ਕਨਸੈਪਟ ਪਪੂਲਰ ਹੋਵੇ ਜੀ। ਇੱਕ ਤਾਂ ਜੀਵ ਹੱਤਿਆ ਤੋਂ ਬੰਦੇ ਦੂਰ ਰਹਿਣ ਜੀ, ਤੇ ਮੈਂ ਨਹੀਂ ਕਹਿੰਦਾ ਵੀ ਜਿਹੜੇ ਖਾਂਦੇ ਆ ਉਹ ਗਲਤ ਕਰਦੇ ਆ, ਠੀਕ ਹੈ, ਠੀਕ ਹੈ, ਪਰ ਵੈਜੀਟੇਰੀਅਨ ਫੂਡ ਕਿਸੇ ਦਾ ਨੁਕਸਾਨ ਨਹੀਂ ਕਰਦਾ ਜੀ। ਇੱਕ ਉਹਦੇ ਵਿੱਚ ਪ੍ਰੀਮੀਅਮ ਇਨਗਰੀਡੀਐਂਟਸ ਨੇ, ਇੱਕ ਉਹ ਅਫੋਰਡੇਬਲ ਹੋਵੇ ਜੀ। ਤੇ ਅਸੀਂ ਜਿਵੇਂ ਅੱਧਾ ਕਿਲੋ ਚਾਵਲ ਤੇ ਛੋਲੇ ਵਧੀਆ ਕੁਆਲਿਟੀ ਵਾਲੇ ਡਾਲਰ ਚਨਾ ਜਿਹਨੂੰ ਕਹਿੰਦੇ ਆ, ਉਹ ਅਸੀਂ 30 ਰੁਪਏ ਦੇ ਰਹੇ ਹਾਂ। ਅੱਛਾ ਜੀ। ਤੇ ਲੋਕੀ ਆਉਂਦੇ ਆ ਵਾਪਸ, ਕਹਿੰਦੇ ਕਿ ਕਿਵੇਂ ਮੈਨੇਜ ਕਰ ਰਹੇ ਹੋ? ਅੱਛਾ ਜੀ। ਅਸੀਂ 20 ਵਾਲੀ ਕੋਕ 16 ਦੀ। ਅੱਛਾ ਜੀ। ਵੈਸੇ ਆਪਾਂ ਤਾਂ ਕਹਿੰਦੇ ਕੋਕ ਨਾ ਲਓ। ਦਿਸ ਇਜ਼ ਨਾਟ ਅ ਪ੍ਰੋਫਿਟ ਮੇਕਿੰਗ ਸੈਂਟਰ, ਇਟਸ ਅ ਪ੍ਰੋਜੈਕਟ। ਇਹਦੇ ਵਿੱਚ ਸਾਨੂੰ ਆ ਨਹੀਂ ਹੈ ਵੀ
ਬਿਜ਼ਨਸ ਪ੍ਰੋਫਿਟ ਬਣਾਏ ਜ਼ਿਆਦਾ। ਇਹਦੇ ਵਿੱਚ ਆ ਵੀ ਜਿਹੜੇ ਬੰਦੇ ਇਹਦੇ ਨਾਲ ਜੁੜੇ ਨੇ EMPLOYEES, ਰੁਜ਼ਗਾਰ ਤੇ ਉਹਨਾਂ ਦੀ ਲਾਈਫ ਵਧੀਆ ਹੋਵੇ, ਉਹਨਾਂ ਨੂੰ ਡਿਗਨਿਟੀ ਨਾਲ ਟਰੀਟ ਕੀਤਾ ਜਾਵੇ, ਉਹਨਾਂ ਨੂੰ ਵਧੀਆ ਲੱਗੇ, ਉਹਨਾਂ ਦੀ ਸੈਲਰੀ ਵਧੀਆ ਹੋਵੇ, ਉਹਨਾਂ ਨੂੰ ਫੈਸਿਲਿਟੀਜ਼ ਮਿਲਣ ਲਾਈਫ, ਜਿਵੇਂ ਬਾਹਰ ਦੀ ਕੰਟਰੀ 'ਚ ਹੁੰਦਾ। ਬਾਹਰ ਦੀ ਕੰਟਰੀ ਦੇ ਵਿੱਚ ਤੁਸੀਂ ਜੋ ਮਰਜ਼ੀ ਕੰਮ ਕਰ ਲਓ, ਵਧੀਆ ਹੁੰਦਾ। ਪਰ ਹਾਂ, ਮੈਂ ਮਤਲਬ ਇੱਦਾਂ ਦੇ ਵੀ ਕੇਸਿਸ ਨੇ ਕੈਨੇਡਾ ਦੇ ਵਿੱਚ, ਜਿਵੇਂ ਜਿਹੜੇ ਆਪਣੇ ਹੀ ਬੰਦੇ ਗਏ ਹੋਏ ਆ ਪਰ ਉੱਥੇ ਜਾ ਕੇ ਉਹ ਐਕਸਪਲੋਇਟ ਕਰਦੇ ਆ ਖਾਸ ਕਰ ਇੰਡੀਅਨਸ ਨੂੰ। ਉਹ ਨਹੀਂ, ਬਟ ਮੈਂ ਮਤਲਬ ਐਜ਼ ਅ ਮਾਡਲ ਨਹੀਂ ਲੈ ਰਿਹਾ ਮੈਂ ਬਾਹਰ ਦੀ ਕੰਟਰੀਜ਼ ਨੂੰ। ਬਟ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਸਾਡੇ ਪਿੰਡਾਂ 'ਚੋਂ ਯੂਥ ਨਿਕਲ ਰਿਹਾ, ਜਿਹੜਾ ਮਿਹਨਤੀ ਯੂਥ ਹੈ, ਉਹਨੂੰ ਉਹਨੂੰ ਲੱਗੇ ਵੀ ਹਾਂ ਯਾਰ, ਮਤਲਬ ਇਹ ਤੁਸੀਂ ਕਿੰਨਾ ਕੁ ਮਿੱਥਿਆ ਫਿਰ ਵੀ ਕਿੰਨੇ ਕੁ ਜਿਹੜੇ ਬ੍ਰਾਂਚਾਂ ਖੋਲ੍ਹਣੀਆਂ ਚੰਡੀਗੜ੍ਹ ਜਾਂ ਬਾਹਰ ਪੰਜਾਬ ਵਿੱਚ ਵੀ ਜਾਂ ਹਰਿਆਣਾ ਵਿੱਚ, ਕਿੰਨੇ ਕੁ ਸੋਚਿਆ ਇਨਵੈਸਟਮੈਂਟ ਦਾ? ਕੀ ਪਹਿਲੇ ਫੇਜ਼ ਦੇ ਵਿੱਚ 500 ਬ੍ਰਾਂਚਾਂ ਤੁਸੀਂ ਖੋਲੋਗੇ? ਹਾਂਜੀ। ਉਹ 'ਚ ਤੁਸੀਂ ਕੀ ਕਰੋਗੇ? ਸਰ ਮੈਂ ਪਰਸਨਲੀ ਕੀ ਕਰਾਂਗਾ? ਨਹੀਂ ਟੋਟਲ ਤੁਹਾਡੀ ਕੰਪਨੀ ਕੀ ਕਰੂਗੀ? ਚਾਹੇ ਇਨਵੈਸਟਰ ਚਾਹੇ ਕੋਈ ਕੰਪਨੀ। ਉਹਦੇ ਵਿੱਚ ਕੀ ਹੋਏਗਾ, ਆਊਟਲੈਟਸ ਖੁੱਲਣਗੇ, ਹੋਰ ਖੁੱਲਣਗੇ, ਜਿਹਦੇ ਵਿੱਚ ਦਿਸ ਫੂਡ ਵਿਲ ਬੀ ਪ੍ਰੋਵਾਈਡਡ। ਅੱਛਾ ਜੀ। ਪੀਪਲ ਵਿਲ ਬੀ EMPLOYED, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ। ਸਾਨੂੰ ਇਹਦੇ ਵਿੱਚ ਕੋਈ ਨਹੀਂ, ਇਹਦੇ ਵਿੱਚ ਸਾਨੂੰ ਕੁਆਲੀਫਿਕੇਸ਼ਨ ਚਾਹੀਦੀ ਜੀ, ਸਾਨੂੰ ਚਾਹੀਦਾ ਇੰਟੈਂਟ ਜੀ। ਟ੍ਰੇਨ ਆਪਾਂ ਕਰਾਂਗੇ ਜੀ, ਟ੍ਰੇਨਿੰਗ ਦੇ ਕੋਈ ਪੈਸੇ ਨਹੀਂ ਲਵਾਂਗੇ। ਜੀ। ਬੇਸਿਕਲੀ ਜਿਵੇਂ ਆਨਰੇਬਲ ਪ੍ਰਾਈਮ ਮਿਨਿਸਟਰ ਕਹਿੰਦੇ ਆ ਵੀ ਜੌਬ ਮੇਕਰ ਬਣੋ, ਅਸੀਂ ਮੰਨਦੇ ਹਾਂ ਵੀ ਹਾਂ ਇਟਸ ਰਾਈਟ। ਉਹਨਾਂ ਨੇ ਨਹੀਂ ਕਿਹਾ, ਬੜੇ ਬੰਦੇ ਨੇ ਕਿਹਾ ਵੀ ਡੋਂਟ ਬੀ ਅ ਜੌਬ ਸੀਕਰ, ਠੀਕ ਹੈ ਜੀ, ਬੀ ਅ ਜੌਬ ਮੇਕਰ। ਤੇ ਅਸੀਂ ਇਹਦੇ ਵਿੱਚ ਅਸੀਂ ਇੰਡੀਆ ਦੇ ਵਿੱਚ ਨਾ ਇੱਕ ਬੜੀ ਮਾੜੀ ਚੀਜ਼ ਹੈ, ਉਹ ਚੰਗੀ ਵੀ ਹੈ, ਭੇਡ ਚਾਲ। ਅਸੀਂ ਚਾਹੁੰਦੇ ਹਾਂ ਵੀ ਅਸੀਂ ਵਧੀਆ ਕਨਸੈਪਟ ਮਾਰਕੀਟ ਲੈ ਕੇ ਆਈਏ ਤੇ ਬਾਕੀ ਬੰਦੇ ਉਹਨੂੰ ਕਾਪੀ ਕਰਨ। ਅੱਛਾ ਜੀ। ਤੇ ਐਟਲੀਸਟ ਜੇ ਆਪਾਂ ਡਿਗਨਿਟੀ ਦੇ ਰਹੇ ਹਾਂ ਬੰਦਿਆਂ ਨੂੰ, ਜੇ ਆਪਾਂ ਰਿਸਪੈਕਟ ਦੇ ਰਹੇ ਹਾਂ, ਵਧੀਆ ਸੈਲਰੀ ਦੇ ਰਹੇ ਹਾਂ, ਜੇ ਕੋਈ ਹੋਰ ਸੋਚਦਾ ਵਾ ਯਾਰ ਆ ਤਾਂ ਬੜਾ ਵਧੀਆ ਪ੍ਰੋਜੈਕਟ ਹੈ, ਕਰੋ, ਤੇ ਜੀ ਸਦਕੇ। ਫਿਰ ਉਹਦੇ ਲਈ ਤੁਸੀਂ ਕੋਈ ਇੱਕ ਫੀਸ ਰੱਖੋਗੇ ਵੀ, ਜਾਂ ਆਪਾਂ ਕਹਿ ਦਈਏ ਜਾਂ ਇੱਕ ਗੁੱਡਵਿਲ ਰੱਖੋਗੇ ਕਿ ਜਿਹਨੂੰ ਤੁਸੀਂ ਉਹ ਦੇਣਾ ਆ, ਉਹ ਇਹਨੂੰ ਕਿੱਦਾਂ ਚਲਾਵੇ ਨਾ ਚਲਾਵੇ, ਤੁਸੀਂ ਕੁਛ ਤਾਂ ਉਹਦੀ ਫੀਸ ਫਾਸ ਕੁਛ ਰੱਖੋਗੇ ਜੀ? ਹੈ ਹਾਂਜੀ ਸਰ, ਜਿਵੇਂ ਇਹਦਾ ਪ੍ਰੋਜੈਕਟ ਦਾ ਨਾਮ ਹੈ ਪਿੱਜ਼ਾ ਕੁਲਚਾ। ਹਾਂਜੀ। ਤੇ ਆਪਾਂ ਆਫ ਕੋਰਸ ਕੁਛ ਤਾਂ ਸਾਡੇ ਆਪਣੇ ਹੋਣਗੇ ਆਊਟਲੈਟਸ, ਕੁਛ ਅਸੀਂ ਫਰੈਂਚਾਈਜ਼ੀਆਂ ਦੇਵਾਂਗੇ ਜੀ। ਪਰ ਉਹਦੇ ਵਿੱਚ ਜਿਹੜੇ ਫਰੈਂਚਾਈਜ਼ੀ ਓਨਰਸ ਹੋਣਗੇ, ਉਹ ਉਹਨਾਂ ਦਾ ਚਾਹੀਦਾ ਵੀ ਉਹਨਾਂ ਦਾ ਵੀ ਇੰਟੈਂਟ ਇੱਦਾਂ ਦਾ ਹੋਵੇ ਕਿ ਹਾਂ ਬੰਦਿਆਂ ਨੂੰ ਵਧੀਆ ਨੌਕਰੀ, EMPLOYEES ਦੀ ਲਾਈਫ, ਮਤਲਬ ਨਾ ਹੋਵੇ ਵੀ ਆਪਾਂ ਪ੍ਰੋਫਿਟ ਮੇਕਿੰਗ ਸੈਂਟਰ ਬਣਾਈਏ ਇਹਨੂੰ। ਜੀ, ਜੀ। ਤੇ ਇਹਦਾ ਮਕਸਦ ਤਾਂ ਸਿਰਫ ਇੰਨਾ ਵੀ ਵੈਜੀਟੇਰੀਅਨ ਫੂਡ ਪ੍ਰਮੋਟ ਕਰੀਏ, ਲਾਈਵਲੀਹੁੱਡ ਜਿਹੜੀ ਹੈ ਲੋਕਾਂ ਦੀ ਉਹ ਰਿਸਪੈਕਟੇਬਲ ਹੋਵੇ। ਜੀ। ਤੇ ਆਪਾਂ ਨਹੀਂ ਚਾਹੁੰਦੇ ਵੀ ਸਿਰਫ ਸਾਡੇ ਪ੍ਰੋਜੈਕਟ 'ਚ ਹੋਵੇ, ਆਪਾਂ ਚਾਹੁੰਦੇ ਹਾਂ ਵੀ ਹਰ ਸੈਕਟਰ ਦੇ ਵਿੱਚ ਲਾਈਵਲੀਹੁੱਡ, ਜਿਹੜਾ ਤੁਹਾਡਾ ਵੇਟਰ ਹੈ, ਕਿਤੇ ਵੀ ਤੁਸੀਂ ਜਾਂਦੇ ਹੋ, ਜਾਂ ਕੋਈ EMPLOYEE ਹੈ, ਉਹਨੂੰ ਤੁਸੀਂ ਰਿਸਪੈਕਟ ਨਾਲ ਟਰੀਟ ਕਰੋ, ਡਿਗਨਿਟੀ ਨਾਲ ਟਰੀਟ ਕਰੋ। ਉਹ ਆਪਾਂ ਇੱਕ ਕਲਚਰ ਕ੍ਰੀਏਟ ਕਰਨਾ ਚਾਹੁੰਦੇ ਥਰੂ ਦਿਸ ਆਊਟਲੈਟ, ਥਰੂ ਦਿਸ ਚੇਨ। ਅੱਛਾ ਜੀ। ਹੁਣ ਤੁਸੀਂ ਇਹ ਦੱਸੋ, ਇਹ ਤਾਂ ਤੁਹਾਡਾ ਜਿਹੜਾ ਹੋ ਗਿਆ ਇੱਕ, ਇਹ ਪਹਿਲਾਂ ਸ਼ੁਰੂਆਤ ਕੀਤੀ ਆਪਣੀ ਤੁਸੀਂ ਪ੍ਰੋਫੈਸ਼ਨ ਤੋਂ, ਫਿਰ ਤੁਸੀਂ ਲੋਕ ਸੇਵਾ, ਹੁਣ ਤੁਸੀਂ ਆ ਵੀ ਇੱਕ ਕਿਸਮ ਦੀ ਲੋਕ ਸੇਵਾ ਕਹਿ ਲਓ, ਜਾਂ ਜੋ ਸਰਕਾਰ ਨਹੀਂ ਕਰ ਸਕੀ ਵੀ ਘਰ ਘਰ ਰੁਜ਼ਗਾਰ ਦਈਏ, ਤੁਸੀਂ ਉਹ ਘਰ ਘਰ ਰੁਜ਼ਗਾਰ ਦੇਣ ਦਾ ਜਿਹੜਾ ਕੰਮ ਆ ਉਹ ਸਰਕਾਰਾਂ ਨਹੀਂ ਕਰ ਸਕਿਆ, ਉਹ ਤੁਸੀਂ ਕਰਨ ਲੱਗੇ ਹੋ। ਵਧੀਆ ਗੱਲ ਹੈ ਇਹ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡਾ ਭਵਿੱਖ ਦੀ ਕੀ ਯੋਜਨਾ ਆ, ਫਿਊਚਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਲਾਈਫ ਵਿੱਚ? ਸਰ ਮੈਂ ਲੋਕਾਂ ਦੇ ਕੰਮ ਆਉਣਾ ਚਾਹੁੰਦਾ ਜੀ। ਮੈਨੂੰ ਨਹੀਂ ਕੋਈ ਵੋਟਾਂ ਚਾਹੀਦੀਆਂ ਜੀ, ਨਾ ਮੈਂ ਕੋਈ ਕਦੀ ਇਲੈਕਸ਼ਨ ਲੜਨੀ ਹੈ। ਜੀ, ਜੀ। ਨਾ ਮੈਂ RW ਦਾ ਪ੍ਰਧਾਨ ਬਣਨਾ, ਜੀ, ਜੀ। ਨਾ ਮੈਂ ਕਿਸੇ ਉਹਦਾ ਉਹ ਕਰਨਾ। ਪਰ ਮੈਂ ਇੰਨਾ ਚਾਹੁੰਦਾ ਵੀ ਜਿਹੜਾ ਆਪਣੇ ਇੰਡੀਆ ਦੇ ਵਿੱਚ ਜਿਹੜੇ ਗਰੀਬ ਬੰਦੇ ਨੇ, ਜਿਵੇਂ ਹੁਣ ਤੁਸੀਂ ਜਦੋਂ ਕਰੋਨਾ ਵਾਇਰਸ ਹੋਇਆ, ਜਦੋਂ ਆਪਾਂ ਦੇਖਿਆ ਵੀ ਉਹ ਇੰਨੀ ਡਿਸਟੈਂਸ ਚੱਲ ਕੇ ਗਏ, ਕਈ ਸੌ ਕਿਲੋਮੀਟਰ ਟਰੱਕਾਂ 'ਚ ਬਹਿ ਕੇ ਗਏ, ਜਿਵੇਂ ਹਾਂਜੀ। ਇੱਕ ਬੇਟੀ ਨੇ ਫਾਦਰ ਨੂੰ ਰਿਕਸ਼ੇ 'ਚ ਖਿੱਚ ਕੇ ਲੈ ਗਈ, ਸਾਈਕਲ ਤੇ ਲੈ ਕੇ ਗਈ, ਹਾਂ, ਇੰਨੇ ਕਿਲੋਮੀਟਰ। ਹਾਂਜੀ। ਅਸੀਂ ਚਾਹੁੰਦੇ ਵੀ ਜਿਹੜਾ ਆਪਣਾ ਗਰੀਬ ਬੰਦਾ ਜਿਹੜਾ ਦੇਸ਼ ਦਾ, ਉਹਨੂੰ ਪਤਾ ਲੱਗੇ ਵੀ ਜ਼ਿੰਦਗੀ ਇੰਜੋਏ ਕਰਨ ਲਈ ਵੀ ਹੁੰਦੀ ਹੈ। ਜੀ। ਇੰਨੀ ਜਨਤਾ ਸਾਡੇ ਦੇਸ਼ ਦੀ ਉਹ ਹੈ ਵੀ ਜਿਹੜੇ ਉੱਠਦੇ ਹੈ, ਲੇਬਰ ਕਰਦੇ ਹੈ ਪੂਰਾ ਦਿਨ, ਸਿਰਫ ਇੱਕ ਰੋਟੀ ਕਮਾਉਣ ਵਾਸਤੇ, ਇੱਕ ਟਾਈਮ ਦੀ ਮੀਲ ਕਮਾਉਣ ਵਾਸਤੇ। ਉਹਨਾਂ ਦੀ ਲਾਈਫ ਉਹਦੇ ਵਿੱਚ ਹੀ ਰਗੜਾ ਖਾ ਕੇ ਖਤਮ ਹੋ ਜਾਂਦੀ ਹੈ। ਉਹੀ ਬੰਦੇ ਨੇ ਜਿਹੜੇ ਵੋਟਾਂ ਪਾਉਂਦੇ ਨੇ। ਜੀ। ਉਹੀ ਬੰਦੇ ਨੇ ਜਿਹੜੇ ਲਾਈਨ 'ਚ ਲੱਗ ਕੇ ਜਿਹੜੀਆਂ ਰੈਲੀਆਂ ਅਟੈਂਡ ਕਰਦੇ ਆ। ਜੀ, ਜੀ। ਪਰ ਸਭ ਤੋਂ ਜ਼ਿਆਦਾ ਰਗੜਾ ਵੀ ਉਹੀ ਖਾਣ ਵਾਲਾ ਲੋਟ ਹੈ। ਬਿਲਕੁਲ ਠੀਕ ਹੈ ਜੀ। ਤੇ ਮੇਰਾ ਐਂਡ ਵਿਜ਼ਨ ਤਾਂ ਇਹ ਹੈ ਬਈ ਇੰਡੀਆ ਦੇ ਵਿੱਚ ਜਿਹੜਾ ਆਪਣਾ ਗਰੀਬ ਬੰਦਾ ਹੈ ਉਹ ਲਾਈਫ ਇੰਜੋਏ ਕਰੇ, ਉਹਦੀ ਲਾਈਫ ਵਧੀਆ ਹੋਵੇ। ਤੇ ਉਹਦੇ ਲਈ ਅਸੀਂ ਹੋਰ ਪ੍ਰੋਜੈਕਟ ਲਾਈਨ ਅਪ ਕੀਤੇ ਹੋਏ ਆ।
ਉਹੀ ਮਤਲਬ ਹੋਰ ਪ੍ਰੋਜੈਕਟ ਥੋੜਾ ਦੱਸ ਦਿਓ ਕੀ ਆ, ਮਤਲਬ ਉਹਨਾਂ ਵਿੱਚ ਕੀ ਹੋ ਸਕਦਾ? ਸਰ ਉਹਦੇ ਵਿੱਚ ਆਪਾਂ ਇੱਕ ਹੋਰ ਪ੍ਰੋਜੈਕਟ, ਫਸਟ ਆਫ ਆਲ ਜਿਹੜੇ ਆ ਪਹਿਲਾਂ ਵਾਲੇ 2 ਪ੍ਰੋਜੈਕਟ ਨੇ, ਅਸੀਂ 2 ਕੌਨਕਲੇਵ ਕਰਾਏ ਸੀ। ਕੌਨਕਲੇਵ ਦਾ ਨਾਂ ਹੈ ਲੀਵ ਨੋ ਵਨ ਬਿਹਾਈਂਡ, ਇੰਟਰਨੈਸ਼ਨਲ ਕੌਨਕਲੇਵ ਔਨ ਹਿਊਮਨ ਰਾਈਟਸ, ਕਮਿਊਨਿਟੀ ਵੈਲਫੇਅਰ, ਜੀ, ਫਿਲਾਂਥਰਪੀ ਐਂਡ ਦ ਸਸਟੇਨੇਬਲ ਡਿਵੈਲਪਮੈਂਟ ਗੋਲਸ ਆਫ ਦ ਯੂਨਾਈਟਿਡ ਨੇਸ਼ਨ। ਜੀ, ਆ ਤੁਸੀਂ SDGs ਜਿਹੜੇ ਨੇ ਨਾ, ਉਹਨਾਂ ਨੂੰ ਤੁਸੀਂ ਰੋਲ ਮਾਡਲ ਮੰਨ ਕੇ ਚੱਲ ਸਕਦੇ ਹੋ ਜੀ। ਤੇ ਹੁਣ ਜਿਹੜੇ ਆਪਾਂ ਹੋਰ ਪ੍ਰੋਜੈਕਟ ਸੋਚ ਰਹੇ, ਮੈਂ ਜ਼ਿਆਦਾ ਡਿਟੇਲਸ ਤਾਂ ਨਹੀਂ ਦੇ ਸਕਦਾ ਬਿਕੋਜ਼ ਉਹਦੇ ਵਿੱਚ ਕਨਸੈਪਚੁਅਲਾਈਜੇਸ਼ਨ ਸਟੇਜ ਹੈ। ਜੀ, ਜੀ। ਬਟ ਉਹਦੇ ਵਿੱਚ ਆਪਾਂ ਕਰ ਰਹੇ ਹਾਂ ਵੀ ਅੱਜਕੱਲ ਜਿਹੜਾ ਦੁੱਧ ਮਿਲਦਾ ਹੈ ਉਹ ਪਿਓਰ ਨਹੀਂ ਹੈ। ਜੀ। ਐਂਡ ਐਵਰੀਬਡੀ ਨੋਜ਼ ਇਟ। ਜੀ। ਹੋਰ ਸਟੇਟਾਂ ਦੇ ਛੱਡ ਦਿਓ, ਪੰਜਾਬ ਦੇ ਵਿੱਚ ਬਿਲਕੁਲ ਜਿੰਨੀ ਲਾਗਤ ਹੈ ਤੇ ਜਿੰਨੀ ਪ੍ਰੋਡਕਸ਼ਨ ਹੈ ਉਹ ਮੈਚ ਨਹੀਂ ਹੋ ਰਹੀ। ਬਿਲਕੁਲ ਠੀਕ ਹੈ। ਤੇ ਉਹਦੇ ਕਰਕੇ ਦੁੱਧ ਪਿਓਰ ਨਹੀਂ ਹੈ। ਹਾਂਜੀ। ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਟੂ ਬਿਗਿਨ ਵਿਦ, ਜਿਵੇਂ ਆਪਾਂ ਕਿਹਾ ਵੀ ਲਾਈਵਲੀਹੁੱਡ ਵਧੀਆ ਹੋਵੇ ਗਰੀਬਾਂ ਲਈ, ਉਹ ਵੀ ਜਿਹੜੇ ਇਨਫੈਂਟਸ ਨੇ ਨਾ, ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਨੇ, ਮਾਸੂਮ ਬੱਚੇ, ਉਹਨਾਂ ਦੀ ਖੁਰਾਕ ਅੱਛਾ ਜੀ, ਦਾ ਪ੍ਰੋਜੈਕਟ ਹੈ ਉਹ। ਅੱਛਾ ਜੀ। ਵੀ ਉਹਨਾਂ ਨੂੰ ਖੁਰਾਕ ਮਿਲੇ ਬਿਲਕੁਲ ਵਧੀਆ ਦੀ, ਵਿਦਆਊਟ ਗਵਰਨਮੈਂਟ ਹੈਲਪ ਐਂਡ ਵਿਦਆਊਟ ਪੇਇੰਗ ਐਨੀ ਮਨੀ। ਉਹਦੇ ਲਈ ਆਪਾਂ ਇੱਕ ਕੀ ਕਹਿੰਦੇ ਨਾ ਵੀ ਸੈਲਫ ਸਸਟੇਨੇਬਲ ਪ੍ਰੋਜੈਕਟ ਹੁੰਦੇ ਜਿਵੇਂ, ਉਹ ਮਾਡਲ ਹੀ ਇਦਾਂ ਦਾ ਕ੍ਰੀਏਟ ਕਰ ਰਹੇ ਆ ਵੀ ਜਿਹੜੀ ਇੱਕ ਪਰਟੀਕੂਲਰ ਆਪਾਂ ਜੇ ਬੈਲਟ ਲੈ ਲਈਏ ਜਾਂ ਸੈਕਟਰ ਲੈ ਲਈਏ ਜਾਂ ਕੋਈ ਫੇਜ਼ ਲੈ ਲਈਏ ਏਰੀਆ, ਉਹਦੇ ਵਿੱਚ ਆਪਾਂ ਮਾਡਲ ਇਦਾਂ ਕ੍ਰੀਏਟ ਕਰ ਰਹੇ ਵੀ ਉਹਨੂੰ ਆਪਾਂ ਅਡਾਪਟ ਕਰਕੇ ਉਹਨਾਂ ਨੂੰ ਹੀ ਆਪਾਂ ਟ੍ਰੇਨ ਕਰਾਂਗੇ ਵੀ ਤੁਸੀਂ ਇਦਾਂ ਕਰੋ ਐਂਡ ਆਪਾਂ ਚੈਨਲਾਈਜ਼ ਕਰਾਂਗੇ। ਇਟਸ ਮਤਲਬ ਸੁਣ ਕੇ ਥੋੜਾ ਕੰਪਲਿਕੇਟਡ ਲੱਗਦਾ, ਕਰਨ 'ਚ ਹੋਰ ਜ਼ਿਆਦਾ ਕੰਪਲਿਕੇਟਡ ਹੈ। ਤੇ ਆਈ ਨੀਡ ਮਤਲਬ ਸਾਨੂੰ ਉਹਦੇ ਲਈ ਉੱਦਾਂ ਦੇ ਬੰਦੇ ਵੀ ਚਾਹੀਦੇ ਹੈ, ਠੀਕ ਹੈ। ਤੇ ਇੱਕ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਵੀ ਲੋਕੀ ਇਨਸਿਕਿਉਰ ਹੋ ਜਾਂਦੇ ਆ ਜੀ। ਉਸ ਏਰੀਆ ਦੇ ਜਿਹੜੇ ਲੋਕਲ ਲੀਡਰ ਹੁੰਦੇ ਆ ਉਹ ਇਨਸਿਕਿਉਰ ਹੋ ਜਾਣਗੇ। ਹਾਂਜੀ। ਕਿ ਪਤਾ ਨਹੀਂ ਇਹਨਾਂ ਦਾ ਏਜੰਡਾ ਕੀ ਹੈ ਹੁੰਦਾ। ਤੁਸੀਂ ਤਾਂ ਬਿਲਕੁਲ ਸਿਆਸਤ ਤੋਂ ਦੂਰ ਹੋ ਨਾ। ਹਾਂਜੀ ਬਿਲਕੁਲ। ਮੇਰਾ ਕੋਈ, ਜਦ ਕਿ ਮੈਂ ਤੁਹਾਨੂੰ ਦੱਸਾਂ, ਮੈਂ ਦੇਖਿਆ ਵੀ ਓਵਰ ਅ ਪੀਰੀਅਡ ਆਫ ਟਾਈਮ ਇੰਡੀਆ ਦੇ ਵਿੱਚ ਫਰਕ ਬੜਾ ਪਿਆ ਹੈ ਇਨ ਟਰਮਸ ਆਫ ਪੋਲੀਟੀਕਲ ਮੈਚਿਓਰਿਟੀ। ਜੀ। ਅੱਜ ਦੀ ਡੇਟ ਵਿੱਚ ਪੋਲੀਟੀਕਲ ਮੈਚਿਓਰਿਟੀ ਹੈਗੀ ਹੈ ਜੀ। ਆਫ ਕੋਰਸ ਜਿਹੜੀ ਟ੍ਰੈਡੀਸ਼ਨਲ ਸਾਡੀਆਂ ਪ੍ਰੋਬਲਮ ਸੀ ਉਹ ਵੀ ਹੈਗੀਆਂ, ਉਹ ਐਂਡ ਉਹ ਡਿਵੈਲਪਿੰਗ ਕੰਟਰੀ ਦੇ ਚੈਲੰਜਸ ਰਹਿਣਗੇ। ਉਹ ਇੱਕ ਜਰਨੀ ਹੈ ਜਿਹੜੀ ਸਾਡੀ ਕੰਟਰੀ ਦੇ ਉਹਦੇ ਥਰੂ ਜਾ ਰਹੀ ਹੈ। ਬਟ ਹੁਣ ਜਦੋਂ ਇੱਦਾਂ ਦੇ ਪ੍ਰੋਜੈਕਟਸ ਜਿਹੜੇ ਆਪਾਂ ਡਿਵੈਲਪਮੈਂਟ ਸੈਕਟਰ ਦੇ ਕਹਿ ਰਹੇ ਹਾਂ, ਇਹਦੇ ਲਈ ਸਾਨੂੰ, ਮੈਂ ਬੜੀ ਦੇਰ ਆਪਣਾ NGO ਰਜਿਸਟਰ ਨਹੀਂ ਕਰਾਇਆ ਕਿਉਂਕਿ ਮੈਂ ਜਦੋਂ ਰਜਿਸਟ੍ਰੇਸ਼ਨ ਕਰਾਉਣ ਜਾਂਦਾ ਸੀ ਨਾ ਤੇ ਉਹ ਪੈਸੇ ਮੰਗਦੇ ਸੀ ਅਪਾਰਟ ਫਰੋਮ ਦਾ ਗਵਰਨਮੈਂਟ ਫੀ, ਤੇ ਮੈਂ ਕਰਾਉਣੀ ਨਹੀਂ। ਤੇ ਮੈਨੂੰ ਇੱਕ ਦਿਨ ਕਿਸੇ ਆਫੀਸ਼ੀਅਲ, ਸੀਨੀਅਰ ਆਫੀਸ਼ੀਅਲ ਨੇ ਮੈਨੂੰ ਬੁਲਾ ਕੇ ਕਿਹਾ ਵੀ ਤੁਸੀਂ ਰਜਿਸਟਰ ਕਿਉਂ ਨਹੀਂ ਕਰਾ ਰਹੇ, ਕੰਮ ਕਰੀ ਜਾ ਰਹੇ ਹੋ ਪਰ ਰਜਿਸਟਰ ਨਹੀਂ ਕਰਾ ਰਹੇ। ਤੇ ਮੈਂ ਕਿਹਾ ਸਰ ਰਜਿਸਟਰ ਕਰਾ ਦਿਓ ਪਰ ਮੈਂ ਗਵਰਨਮੈਂਟ ਫੀ ਤੋਂ ਇਲਾਵਾ ਪੈਸਾ ਇੱਕ ਨਹੀਂ ਦੇਣਾ। ਤੇ ਬਿਕੋਜ਼ ਮੈਂ ਸੋਚਦਾ ਸੀ ਵੀ ਜੇ ਤੁਸੀਂ ਵਧੀਆ ਕੰਮ ਕਮਿਊਨਿਟੀ ਵੈਲਫੇਅਰ ਦਾ ਕਰਨ ਲੱਗੇ ਹੋ ਤੇ ਉਹਦੀ ਜੇ ਨੀਂਹ ਪੱਥਰ ਹੀ ਤੁਸੀਂ ਕਰਪਸ਼ਨ ਨਾਲ ਕਰਨੀ ਹੈ, ਦੈਨ ਵੇਅਰ ਆਰ ਯੂ ਹੈਡਡ। ਜਦ ਤੁਸੀਂ ਪੈਸਾ ਦੇਤਾ 30,000 ਤੇ ਰਸੀਦ ਮਿਲੀ 8,000 ਦੀ, ਉਹਦਾ ਕੀ ਫਾਇਦਾ? ਬਿਲਕੁਲ ਠੀਕ ਹੈ। ਤੇ ਅਸੀਂ ਰਜਿਸਟ੍ਰੇਸ਼ਨ ਵੀ ਇਦਾਂ ਕਰਾਈ। ਹੁਣ ਜਿਹੜੇ ਆ ਪ੍ਰੋਜੈਕਟਸ ਨੇ ਜਿਹੜੇ ਆਪਾਂ ਕਹਿ ਰਹੇ ਹਾਂ ਵੀ ਸੈਲਫ ਸਸਟੇਨੇਬਲ ਮਾਡਲ, ਹੁਣ ਆਪਾਂ ਫੋਰਸ ਤਾਂ ਨਹੀਂ ਕਰ ਸਕਦੇ ਲੋਕਾਂ 'ਚ ਜੀ। ਆਪਾਂ ਤਾਂ ਸਿਰਫ ਉਹਨਾਂ ਨੂੰ ਵੀ ਕੈਨ ਸ਼ੇਅਰ ਆਰ ਬ੍ਰੇਨ ਕਿ ਐਵੇਂ ਜੇ ਕਰਾਂਗੇ ਤਾਂ ਤੁਹਾਡਾ ਇੱਦਾਂ ਫਾਇਦਾ ਹੋਏਗਾ। ਹੁਣ ਸਾਨੂੰ ਨਹੀਂ ਫਰਕ ਪੈਂਦਾ ਉਹਨੂੰ ਕੋਈ ਆਰਗੇਨਾਈਜੇਸ਼ਨ ਜਾਂ ਪਾਰਟੀ ਟੇਕ ਓਵਰ ਕਰ ਲਈ, ਕ੍ਰੈਡਿਟ ਲੈ ਜਾਏ, ਸਾਨੂੰ ਨਹੀਂ ਚਾਹੀਦਾ ਕ੍ਰੈਡਿਟ। ਸਮਝ ਰਹੇ ਹੋ? ਜੇ ਅਸੀਂ ਕਿਸੇ ਇੱਕ ਏਰੀਆ 'ਚ ਕੀਤਾ ਤੇ ਉੱਥੋਂ ਦਾ ਜੇ ਲੋਕਲ ਲੀਡਰ ਉਹਨੂੰ ਓਨ ਅਪ ਕਰ ਲੇ ਕਿ ਇਹਨੂੰ ਮੈਂ ਚਲਾਵਾਂਗਾ ਤੇ ਚਲਾਓ। ਅਸੀਂ ਤਾਂ ਸਿਰਫ ਇਨੋਵੇਟਿਵ ਆਈਡੀਆਜ਼ ਫਲੋਟ ਕਰਾਂਗੇ ਤੇ ਉਹਦੀ ਜਿਹੜੀ ਐਗਜ਼ੀਕਿਊਸ਼ਨ ਹੈ ਉਹਦਾ ਮਾਡਲ ਤੁਹਾਨੂੰ ਦੇ ਦਾਂਗੇ। ਹੁਣ ਜੇ RSS ਕਹਿੰਦੀ ਹੈ ਵੀ ਆਹ ਏਰੀਆ 'ਚ ਅਸੀਂ ਆਹ ਕਰਾਂਗੇ ਤੇ ਜੀ ਸਦਕੇ ਕਰੋ, ਜੇ SGPC ਕਹਿੰਦੀ ਹੈ ਵੀ ਅਸੀਂ ਆਹ ਕਰਾਂਗੇ ਤਾਂ ਜੀ ਸਦਕੇ ਕਰੋ। ਜੀ ਜੀ। ਅਸੀਂ ਤਾਂ ਵੀ ਆਰ ਹੇਅਰ ਟੂ ਵਰਕ ਵਿਦ ਐਵਰੀਬਡੀ। ਅਸੀਂ ਆ ਨਹੀਂ ਚਾਹੁੰਦੇ ਵੀ ਕੋਈ ਸਮਝੇ, ਕੋਈ ਕਿਸੇ ਨੂੰ ਵੀ ਲੱਗੇ ਵੀ ਆ ਇੱਕ ਕਮਿਊਨਿਟੀ ਜਾਂ ਇੱਕ ਪਾਰਟੀ ਜਾਂ ਇੱਕ ਆਰਗੇਨਾਈਜੇਸ਼ਨ ਨਾਲ ਜੁੜੇ। ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਬੜੀ ਫਲੂਇਡ ਹੈ ਸਰ। ਅਸੀਂ ਤਾਂ ਕੰਮ ਕਰਨ ਲਈ ਹੈਗੇ ਹਾਂ ਜੀ ਜੀ। ਕ੍ਰੈਡਿਟ ਐਨੀਬਡੀ ਕੈਨ ਟੇਕ, ਵੀ ਡੋਂਟ ਮਾਈਂਡ ਜੀ, ਨੋ ਪ੍ਰੋਬਲਮ। ਸੋ ਮਿੱਤਰੋ, ਇੱਕ ਪੰਜਾਬੀ ਦੀ ਲੋਕ ਬੋਲੀ ਆ, ਦੋ ਪੈਰ ਘੱਟ ਤੁਰਨਾ ਮੜਕ ਦੇ ਨਾਲ। ਪਰ ਪ੍ਰਭਲੋਚ ਸਿੰਘ ਹੁਣੀ ਕਹਿੰਦੇ ਆ ਮੈਂ ਤੁਰਨਾ ਵੀ ਤੇਜ਼ ਆ, ਰਫਤਾਰ ਵੀ ਕਾਇਮ ਰੱਖਣੀ ਆ ਤੇ ਆਪਣੀ ਜਿਹੜੀ ਮੜਕ ਆ ਉਹ ਵੀ ਫੁੱਟਣ ਨਹੀਂ ਦੇਣੀ। ਸੋ ਮੈਂ ਪਿਛਲੇ ਦਿਨਾਂ 'ਚ ਜਾਂ ਪਿਛਲੇ ਮਹੀਨਿਆਂ 'ਚ ਜਿੰਨੇ ਵੀ ਐਪੀਸੋਡ ਕੀਤੇ ਆ ਤੁਣਕਾਂ ਦੇ,
ਉਹਦੇ ਵਿੱਚ ਹਮੇਸ਼ਾ ਹੀ ਮੈਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ। ਇਹਨਾਂ ਦੇ ਜਿਹੜੀ ਕਮਾਲ ਦੀ ਗੱਲ ਕੀਤੀ ਆ ਕਿ ਜੇ ਤੁਸੀਂ ਦਿਆਨਤਦਾਰੀ ਦਿਖਾਉਣੀ ਆ, ਜੇ ਤੁਸੀਂ ਵਫਾਦਾਰੀ ਪਗਾਉਣੀ ਆ, ਤਾਂ ਮੂੰਹ ਤੇ ਨਾ ਪਗਾਓ, ਪਿੱਠ ਪਿੱਛੇ ਜਿਹੜੀ ਆ ਉਹ ਕਰਨੀ ਚਾਹੀਦੀ ਆ। ਸੋ ਇਹਨਾਂ ਦੀ ਨਾਲ ਗੱਲਾਂ ਕਰਕੇ ਮੈਂ ਤਾਂ ਪੂਰਾ ਆਨੰਦਿਤ ਹੋਇਆ। ਤੁਹਾਨੂੰ ਇਹਨਾਂ ਦੀ ਇੰਟਰਵਿਊ ਜਿਹੜੀ ਆ ਉਹ ਕਿਹੋ ਜਿਹੀ ਲੱਗੀ, ਸਾਡੇ ਨਾਲ ਆਪਣੇ ਵਿਚਾਰ ਆ ਉਹ ਜ਼ਰੂਰ ਸ਼ੇਅਰ ਕਰਨੇ। ਤੁਸੀਂ ਦੇਖਦੇ ਰਹੋ ਘੈਂਟ ਪੰਜਾਬ। ਅਗਲੇ ਹਫਤੇ ਮਿਲਾਂਗੇ ਇੱਕ ਹੋਰ ਉੱਘੀ ਸ਼ਖਸੀਅਤ ਦੇ ਨਾਲ। ਤਦ ਤੱਕ ਦਿਓ ਮੈਨੂੰ ਇਜਾਜ਼ਤ। ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ। ਅੱਛਾ ਜੀ, ਬਹੁਤ ਬਹੁਤ ਮਿਹਰਬਾਨੀ ਪ੍ਰਲੋਦ ਜੀ, ਧੰਨਵਾਦ ਤੁਹਾਡਾ।